ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਆਪਣਾ ਸਲਾਹ ਤੇ ਜਾਣਕਾਰੀ ਪ੍ਰੋਗਰਾਮ ਲੈ ਕੇ ਮੈਂ ਜਸਪੀਰ ਤੁਹਾਡੇ ਸਾਹਮਣੇ ਹਾਜ਼ਰ ਹਾਂ, ਕਿਉਂਕਿ ਅੱਜ ਸਾਡੇ ਲਖਬੀਰ ਭੈਣ ਜੀ ਹੌਲੀਡੇ ਤੇ ਗਏ ਹੋਏ ਆ ਤੇ ਅੱਜ ਮੈਂ ਸੋਚਿਆ ਚਲੋ ਅਸੀਂ ਪ੍ਰੋਗਰਾਮ ਮਿਸ ਨਹੀਂ ਕਰਨਾ, ਅਸੀਂ ਕੋਈ ਨਾ ਕੋਈ ਸਲਾਹ ਤੇ ਜਾਣਕਾਰੀ ਲੈ ਕੇ ਤੁਹਾਡੇ ਲਈ ਜ਼ਰੂਰ ਹਾਜ਼ਰ ਰਹਿਣਾ। ਤਾਂ ਮੈਂ ਅੱਜ ਆਪਣੇ ਗੈਸਟ ਤੁਹਾਨੂੰ ਮਿਲਾਉਂਦੀ ਹਾਂ ਜਿਹੜੇ ਅੱਜ ਮੇਰੇ ਨਾਲ ਆਏ ਆ, ਤਾਂ ਫਿਰ ਆਪਾਂ ਇਹਨਾਂ ਦੇ ਜ਼ਬਾਨੀ ਪੁੱਛਦੇ ਹਾਂ ਕਿ ਇਹ ਕੀ ਜੌਬ ਕਰਦੇ ਸੀ ਔਰ ਅੱਜ ਕੱਲ੍ਹ ਇਹ ਕੀ ਕੰਮ ਕਰ ਰਹੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਸਪੀਰ ਜੀ। ਹਾਂਜੀ, ਕੀ ਹਾਲ ਹੈ ਸੁਦਰਸ਼ਨ ਜੀ, ਤੁਸੀਂ ਠੀਕ ਹੋ? ਹਾਂਜੀ ਬਿਲਕੁਲ। ਹਾਂਜੀ, ਤਾਂ ਤੁਸੀਂ ਸੁਦਰਸ਼ਨ ਜੀ ਸਾਡੇ ਦਰਸ਼ਕਾਂ ਨੂੰ ਦੱਸੋ ਆਪਣੇ ਜ਼ਬਾਨੀ ਕਿ ਤੁਸੀਂ ਕੀ ਕਰਦੇ ਰਹੇ ਹੋ ਔਰ ਹੁਣ ਕੀ ਕਰ ਰਹੇ ਹੋ। ਦੇਖੋ ਜੀ, ਮੈਂ ਤੇ ਪਹਿਲੇ ਜਨਰਲ ਪ੍ਰੈਕਟੀਸ਼ਨਰ ਸੀਗੀ। ਹਾਂਜੀ, ਜਿਹੜੇ ਮੈਂ ਕਿਤੇ 25-30 ਸਾਲ ਕੰਮ ਕੀਤਾ ਹੈ ਜੀ। ਔਰ ਉਸ ਤੋਂ ਬਾਅਦ ਮੈਂ ਕਮਿਊਨਿਟੀ ਦਾ ਬਹੁਤ ਕੰਮ ਕਰ ਰਹੀ ਹਾਂ। ਅੱਛਾ ਜੀ। ਔਰ ਮੇਨ ਜਿਹੜਾ ਮੇਰਾ ਏਮ ਹੈ ਕਿ ਬਈ ਲੋਕਾਂ ਦੀ ਹੈਲਥ ਕਿਸੇ ਵੀ ਠੀਕ ਨਾਲ ਹੋ ਜਾਏ। ਹਾਂਜੀ, ਬਿਕਾਜ਼ ਐਜ਼ ਅ ਜੀਪੀ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਕਾਫੀ ਆਪਣੇ ਏਸ਼ੀਅਨ ਕਮਿਊਨਿਟੀ ਦੇ ਵਿੱਚ ਹੈਲਥ ਪ੍ਰੋਬਲਮਸ ਆ, ਹੈਲਥ ਕੰਸਰਨਸ ਆ, ਕਿ ਉਸ ਚੀਜ਼ ਨੇ ਤੁਹਾਨੂੰ ਮੋਟੀਵੇਟ ਕੀਤਾ ਕਿ ਆਫਟਰ ਰਿਟਾਇਰਮੈਂਟ ਤੁਸੀਂ ਇਹ ਕੰਮ ਕਰਨਾ। ਹਾਂਜੀ, ਕਿਉਂਕਿ ਕਾਫੀ ਪ੍ਰੋਬਲਮ ਚੱਲ ਰਹੀਆਂ ਨੇ ਆਪਣੇ ਲੋਕਾਂ ਵਿੱਚ। ਹਾਂਜੀ, ਔਰ ਉਹਨਾਂ ਨੂੰ ਬਿਲਕੁਲ ਅਵੇਅਰਨੈਸ ਨਹੀਂ ਹੈ। ਹਾਂਜੀ, ਹਾਲਾਂਕਿ ਦੂਸਰੀ ਆਪਣੇ ਲੋਕਲ ਤੇ ਕਾਫੀ ਹੈਲਪ ਮਿਲ ਰਹੀ ਹੈ, ਪਰ ਕਈ ਉਹਨਾਂ ਨੂੰ ਬੈਰੀਅਰਸ ਨੇ। ਕਈ ਲੋਕ ਘਰੋਂ ਬਾਹਰ ਨਹੀਂ ਜਾਂਦੇ ਔਰ ਕਈ ਲੋਕਾਂ ਨੂੰ ਲੈਂਗੁਏਜ ਦੀ ਪ੍ਰੋਬਲਮ ਹੈ। ਲੈਂਗੁਏਜ ਮੇਨ ਬੈਰੀਅਰ। ਹਾਂਜੀ, ਤੇ ਇਸ ਕਰਕੇ ਮੈਂ ਕਿਹਾ ਕਿ ਮੇਰਾ ਜਿਹੜਾ ਹੁਣ ਜ਼ਿੰਦਗੀ ਹੈ ਇਹ ਲੋਕਾਂ ਦੀ ਸੇਵਾ 'ਚ ਨਿਕਲੇ ਔਰ ਮੈਂ ਅਪਣਾਇਆ ਉਹਨੂੰ ਹੈਲਥ ਐਂਡ ਵੈਲਥ ਬੀਇੰਗ ਅਵੇਅਰਨੈਸ। ਹੈਲਥ ਐਂਡ ਵੈਲਬੀਇੰਗ, ਹਾਂ, ਕਿ ਬਿਕਾਜ਼ ਤੁਹਾਡੇ ਕੋਲ ਜਿਹੜਾ ਐਕਸਪੀਰੀਅੰਸ ਤੁਸੀਂ ਦੇਖਿਆ ਪੇਸ਼ੈਂਟਸ ਨੂੰ, ਇੰਨੇ ਸਾਲ ਕੰਮ ਕੀਤਾ ਐਜ਼ ਅ ਡਾਕਟਰ, ਤਾਂ ਤੁਸੀਂ ਦੇਖਿਆ ਹੋਣਾ ਕਿ ਕਾਫੀ ਆਪਣੇ ਲੋਕੀ ਕਈ ਵਾਰੀ ਕਈ ਚੀਜ਼ਾਂ ਸ਼ੇਅਰ ਵੀ ਨਹੀਂ ਕਰਦੇ ਹੈ ਨਾ, ਤਾਂ ਉਹਨਾਂ ਨੂੰ ਸਰਟਨ ਹੈਲਥ ਇਸ਼ੂਜ਼ ਨੂੰ ਲੁਕਾਉਣਾ ਵੀ ਚਾਹੁੰਦੇ ਆ ਕਿ ਨਹੀਂ ਆਹ ਪ੍ਰੋਬਲਮ ਹੈ, ਬਿਮਾਰੀ ਆ, ਮੈਂ ਨਹੀਂ ਦੱਸਣੀ। ਤੁਸੀਂ ਦੇਖਿਆ ਇਹ ਕਾਫੀ ਆਪਣੇ ਲੋਕਾਂ 'ਚ ਕਿ ਨਹੀਂ? ਬਹੁਤ ਜ਼ਿਆਦਾ ਕਾਮਨ ਹੈ, ਅਜੇ ਵੀ ਚੱਲ ਰਿਹਾ ਹੈ। ਔਰ ਜਿਹੜੇ ਅਸੀਂ ਸੈਸ਼ਨ ਕਰ ਰਹੇ ਹਾਂ ਆਪਣਾ ਮੇਨਲੀ ਯੋਗਾ ਕਲਾਸਿਸ ਵਿੱਚ, ਅਸੀਂ ਇਹ ਅਵੇਅਰਨੈਸ ਦੇ ਰਹੇ ਹਾਂ ਅੱਜ ਕੱਲ੍ਹ ਉਹਨਾਂ ਨੂੰ ਕਿ ਲੋਕ ਆਪਣੀ ਤਕਲੀਫ ਦੱਸਦੇ ਹੀ ਨਹੀਂ। ਜਿਸ ਤਰ੍ਹਾਂ ਸਭ ਤੋਂ ਪਹਿਲੇ ਮੈਂ ਤੁਹਾਨੂੰ ਐਗਜ਼ਾਮਪਲ ਦੇ ਸਕਦੀ ਹਾਂ ਕਿ ਜਿਨ੍ਹਾਂ ਨੂੰ ਯੂਨਰੀ ਇਨਕੌਂਟੀਨੈਂਸ ਹੈ, ਬੜਾ ਕਾਮਨ ਇਨਕੌਂਟੀਨੈਂਸ ਹੈ, ਉਹ ਡਾਕਟਰ ਨੂੰ ਜਾ ਕੇ ਦੱਸਦੇ ਨਹੀਂ ਸ਼ਰਮ ਦੇ ਮਾਰੇ। ਹਾਂਜੀ, ਹਾਂਜੀ। ਔਰ ਵੀ ਕਈ ਪ੍ਰੋਬਲਮ ਹੈ, ਜਿਵੇਂ ਉਹਨਾਂ ਨੂੰ ਥੋੜੀ ਡਿਪਰੈਸ਼ਨ ਵੀ ਹੋ ਰਹੀ ਹੈ, ਹਾਂਜੀ, ਉਹਨਾਂ ਨੂੰ ਨੀਂਦ ਨਹੀਂ ਆਉਂਦੀ, ਤਾਂ ਵੀ ਉਹਦੇ ਬਾਰੇ ਵੀ ਜਾ ਕੇ ਆਪਣੇ ਡਾਕਟਰਾਂ ਨੂੰ ਨਹੀਂ ਦੱਸਦੇ। ਕਿਉਂਕਿ ਡਾਕਟਰ ਜੀ ਉਹਦੇ ਤੁਹਾਨੂੰ ਲੱਗਦਾ ਨਹੀਂ ਹੈ ਕਿ ਉਹ ਕਿਉਂ ਨਹੀਂ ਸ਼ੇਅਰ ਕਰਦੇ? ਉਹਦਾ ਇੱਕ ਰੀਜ਼ਨ ਹੈ, ਬਿਕਾਜ਼ ਉਹਨਾਂ ਨੂੰ ਲੱਗਦਾ ਕਿ ਜੇ ਮੈਂ ਹੁਣ ਡਾਕਟਰ ਨੂੰ ਦੱਸੂਗੀ ਕਿ ਮੈਨੂੰ ਡਿਪਰੈਸ਼ਨ ਆ ਜਾਂ ਨੀਂਦ ਨਹੀਂ ਆ ਰਹੀ, ਕਿਤੇ ਮੈਨੂੰ ਲੇਬਲ ਨਾ ਕਰ ਦੇਣ। ਇੱਕ ਉਹਨਾਂ ਨੂੰ ਲੱਗਦਾ ਕਿ ਜਿਹੜੀ ਮੈਂਟਲ ਹੈਲਥ ਆਪਣੀ ਕਮਿਊਨਿਟੀਜ਼ 'ਚ ਵੀ ਬੜਾ ਇੱਕ ਟਬੂ ਜਿਹਾ ਹੈ ਨਾ ਕਿ ਕੋਈ ਮੈਂਟਲ ਹੈਲਥ ਨਾ ਕਹਿ ਦੇਵੇ ਮੈਨੂੰ। ਇਹ ਤੁਹਾਡੇ ਐਕਸਪੀਰੀਅੰਸ 'ਚ ਹੈਗਾ ਇਦਾਂ ਕਿ ਨਹੀਂ? ਤੁਸੀਂ ਸੋਚਦੇ? ਬਹੁਤ ਕਾਮਨ ਹੈ, ਬਹੁਤ ਕਾਮਨ ਹੈ ਨਾ। ਇਸ ਕਰਕੇ ਅਸੀਂ ਜ਼ਿਆਦਾ ਟਾਈਮ ਹੁਣ ਉੱਥੇ ਸਪੈਂਡ ਕਰ ਰਹੇ ਹਾਂ ਅਵੇਅਰਨੈਸ ਦੇ ਉੱਤੇ। ਹੁਣ ਜਿਵੇਂ ਦੂਸਰਾ ਤੁਹਾਨੂੰ ਦੱਸਾਂ ਬ੍ਰੈਸਟ ਕੈਂਸਰ ਦੇ ਬਾਰੇ 'ਚ, ਹਾਂਜੀ, ਹਾਂਜੀ, ਲੋਕ ਫਾਇਦਾ ਹੀ ਨਹੀਂ ਉਠਾ ਰਹੇ। ਹਾਂਜੀ, ਲੋਕਾਂ ਨੂੰ ਬੁਲਾਇਆ ਜਾਂਦਾ ਮੈਮੋਗ੍ਰਾਫੀ ਵਾਸਤੇ, ਲੋਕ ਜਾਂਦੇ ਨਹੀਂ। ਹੁਣ ਸਾਡੇ ਵਰਗੇ ਲੋਕ ਆਪਣੀਆਂ ਕਲਾਸਿਸ ਦੇ ਵਿੱਚ ਉਹਨਾਂ ਨੂੰ ਅਵੇਅਰਨੈਸ ਦੇ ਰਹੇ ਨੇ ਔਰ ਡਿਮੋਨਸਟ੍ਰੇਸ਼ਨ ਕਰ ਰਹੇ ਹਾਂ ਅਸੀਂ ਅਵੇਅਰਨੈਸ ਵਾਸਤੇ, ਜਿਹੜਾ ਅਕਤੂਬਰ ਦੇ ਮਹੀਨੇ ਜਗ੍ਹਾ ਜਗ੍ਹਾ ਜਾ ਕੇ ਕਰਨੇ। ਹਾਂਜੀ, ਹਾਂਜੀ। ਈਵਨ ਜਿੱਦਾਂ ਸਰਵਾਈਕਲ ਕੈਂਸਰ ਵੀ ਕਾਫੀ ਕਾਮਨ ਆ ਲੇਡੀਜ਼ ਦੇ ਵਿੱਚ, ਬਿਕਾਜ਼ ਉਹ ਜਾ ਕੇ ਟੈਸਟ ਕਰਵਾਉਂਦੀਆਂ ਨਹੀਂ ਆ, ਤਾਂ ਤੁਸੀਂ ਉਹ ਵੀ ਦੱਸਦੇ ਆ ਲੋਕਾਂ ਨੂੰ? ਉਹ ਵੀ ਦੱਸਦੇ ਆ। ਹਾਂਜੀ, ਪਰ ਜ਼ਿਆਦਾ ਸਾਰਾ ਟਾਈਮ ਜਿਹੜਾ ਕਿਉਂਕਿ ਜਿਹੜੇ ਮੇਰੇ ਗਰੁੱਪਸ ਨੇ ਉਹਦੇ ਜ਼ਿਆਦਾ ਆ ਰਹੇ ਨੇ, ਯੂ ਕੈਨ ਸੇ 60+। ਪਰ ਫਿਰ ਵੀ ਮੈਂ ਉਹਨਾਂ ਨੂੰ ਮੈਸੇजेस ਦੇ ਰਹੀ ਹਾਂ ਕਿ ਇਹ ਮੈਸੇਜ ਤੁਹਾਡੇ ਵਾਸਤੇ ਨਹੀਂ ਹੈ, ਤੁਹਾਡੀ ਨੂੰਹ ਵਾਸਤੇ ਹੈ, ਤੁਹਾਡੀ ਧੀ ਵਾਸਤੇ ਹੈ। ਜਾ ਕੇ ਇਹ ਮੈਸੇਜ ਉਹਨਾਂ ਨੂੰ ਦਿਓ। ਸੋ ਜੋ ਵੀ ਅਸੀਂ ਕਲਾਸ 'ਚ ਕਹਿੰਦੇ ਹਾਂ, ਕੋਈ ਵੀ ਬਿਮਾਰੀ ਹੈ, ਜਿਵੇਂ ਹੁਣ ਮੈਂ ਤੁਹਾਨੂੰ ਦੱਸਾਂ ਇਨਫਰਟੀਲਿਟੀ ਦੇ ਬਾਰੇ 'ਚ, ਜਿਹਨਾਂ ਦੇ ਬੱਚੇ ਨਹੀਂ ਬਣਦੇ, ਉਹਨਾਂ ਦੇ ਬਾਰੇ 'ਚ ਵੀ ਉਹਨਾਂ ਨੂੰ ਅਵੇਅਰਨੈਸ ਦੇ ਰਹੇ ਹਾਂ ਕਿ ਜਾ ਕੇ ਘਰ ਜਾ ਕੇ ਮੈਸੇਜ ਦੇਣੇ ਨੇ। ਤੇ ਹੋਰ ਤੁਹਾਨੂੰ ਮੈਂ ਦੱਸਾਂ ਪ੍ਰੋਸਟੇਟ ਕੈਂਸਰ ਦੇ ਬਾਰੇ 'ਚ ਕਾਫੀ ਹੈ। ਹਾਂਜੀ, ਕਿਉਂਕਿ ਤੁਸੀਂ ਹਾਂਜੀ ਜਿੱਦਾਂ ਹੁਣ ਤੁਸੀਂ ਤਾਂ ਗਾਇਨੋਕੋਲੋਜਿਸਟ ਹੋ ਨਾ, ਰਿਟਾਇਰਡ, ਬਿਕਾਜ਼ ਆਬਵੀਅਸਲੀ ਤੁਹਾਨੂੰ ਪਤਾ ਇਨਫਰਟੀਲਿਟੀ ਜਾਂ ਵਿਮਨ ਪ੍ਰੋਬਲਮਸ ਦੇ ਬਾਰੇ, ਤਾਂ ਤੁਸੀਂ ਉਹ ਸ਼ੇਅਰ ਕਰ ਰਹੇ ਹੋ ਐਜ਼ ਅ ਕਮਿਊਨਿਟੀ ਵਰਕਰ ਨਾਓ। ਤੁਸੀਂ ਉਹ ਲੋਕਾਂ ਨਾਲ ਇਨਫੋਰਮੇਸ਼ਨ ਐਂਡ ਪ੍ਰੀਵੈਂਸ਼ਨ ਦਾ ਕੰਮ ਕਰ ਰਹੇ ਆ। ਐਂਡ ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਕਿ ਅਸੀਂ ਕਮਿਊਨਿਟੀ ਦੇ ਵਿੱਚ ਇਹ ਗੱਲਾਂ ਰੈਗੂਲਰਲੀ ਸ਼ੇਅਰ ਕਰੀਏ ਆਪਣੇ ਲੋਕਾਂ ਨਾਲ, ਤਾਂ ਕਿ ਉਹ ਵੀ ਥੋੜੇ ਓਪਨ ਹੋਣ ਔਰ ਇੱਕ ਦੂਜੇ ਨਾਲ ਦੱਸ ਸਕਣ ਕਿ ਹਾਂਜੀ ਇਹ ਪ੍ਰੋਬਲਮ ਹੈ, ਚਲੋ ਤੁਸੀਂ ਇਹਨਾਂ ਨਾਲ ਜਾ ਕੇ ਗੱਲ ਕਰ ਲਓ, ਹੈ ਨਾ, ਥੋੜਾ ਹੈਲਪ ਹੋ ਜਾਂਦੀ ਹੈ। ਔਰ ਹੋਰ ਤੁਸੀਂ ਕੀ ਕੰਮ ਅੱਜ ਕੱਲ੍ਹ ਕਰ ਰਹੇ ਹੋ, ਸਾਨੂੰ ਵੀ ਦੱਸੋ। ਅੱਜ ਕੱਲ੍ਹ ਤੇ ਮੇਨਲੀ ਹੈ ਕਿ ਮੈਂ 2 ਮੇਰੇ ਰੈਗੂਲਰ ਸੈਸ਼ਨ ਨੇ। ਅੱਛਾ ਜੀ। ਯੋਗਾ ਐਂਡ ਪ੍ਰਾਣਾਯਾਮ ਮਤਲਬ ਲੰਬੇ ਗਹਿਰੇ ਸਾਂਸ ਲੈਣਾ। ਹਾਂਜੀ, ਹਾਂਜੀ। ਔਰ ਕਿਉਂਕਿ ਇਹ ਕਨਫਰਮ ਹੋ ਚੁੱਕਿਆ ਹੈ, ਜਦ ਤੱਕ ਤੁਸੀਂ ਪ੍ਰਾਣਾਯਾਮ ਨਹੀਂ ਕਰੋਗੇ ਤੁਹਾਡੀਆਂ ਬਿਮਾਰੀਆਂ ਦੂਰ ਨਹੀਂ ਹੋਣਗੀਆਂ।
ਕੋਈ ਵੀ ਬਿਮਾਰੀ ਹੋਵੇ ਫਿਜ਼ੀਕਲੀ, ਜਿਸ ਤਰ੍ਹਾਂ ਤੁਹਾਡਾ ਹਾਈਪਰਟੈਂਸ਼ਨ, डायबिटीज, हाँ जी, कोई भी एस्थमा, कोई भी फिजिकल बीमारी, एनी क्रॉनिक इलनेस, एनी क्रॉनिक इलनेस, हाँ जी, और कई ऐसी बीमारी जो डॉक्टरों को पता भी नहीं वो भी क्योर हो रही ने जिन्होंने नाम लेबल नहीं दे सकते। हाँ जी, पर मिस डॉक्टर कपूर जी जिदा तुसी कहा ना प्राणायाम, हुन कईयां ਨੂੰ वर्ड ਦਾ मीनिंग नहीं पता, इस मोर ऑफ जिदा ब्रीदिंग एक्सरसाइज है ना, ऑक्सीजन बॉडी ਚ ਜ਼ਿਆਦਾ ਜਿੰਨੀ ਜਾਏਗੀ ਉਨਾ ਫਾਇਦਾ ਹੋਏਗਾ। हाँ जी, ਤਾਂ ਹੋਰ ਤੁਸੀਂ ਦੇਖ ਰਹੇ ਹੋ ਕਿ ਉਹਦੇ ਨਾਲ ਲੋਕੀ ਜ਼ਿਆਦਾ ਆ ਰਹੇ ਆ ਤੁਹਾਡੀਆਂ ਕਲਾਸਿਸ ਚ? हाँ जी, बड़े नवे फेसिस आ रहे हैं, और सब तो खुशी की गल है कि ਜਿਹੜੀਆਂ ਪੁਰਾਣੀਆਂ ਆ ਰਹੀਆਂ ਨੇ 12 ਸਾਲ ਤੋਂ, हाँ जी, ਉਹ ਜੇ ਤੱਕ ਆ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਫਾਇਦਾ ਹੋ ਰਿਹਾ ਹੈ। ਫਾਇਦਾ ਹੋ ਰਿਹਾ ਹੈ, हाँ जी, ਉਹਨਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਔਰ ਉਹ ਇਹ ਵੇ ਕਿ ਹੁਣ ਤੇ ਸਾਡਾ ਨਵੇਂ ਸਾਲ ਦਾ ਪਲੇਜ ਹੀ ਬਣ ਗਿਆ ਹੈ ਕਿ ਹਰ ਇੱਕ ਔਰਤ ਨੇ ਕਮ ਸੇ ਕਮ 2 ਫਰੈਂਡਸ ਹੋਰ ਲੈ ਕੇ ਆਉਣੀਆਂ ਨੇ, ਔਰ ਉਹਦੇ ਵਾਸਤੇ ਅਸੀਂ ਉਹਨਾਂ ਨੂੰ ਰਿਵਾਰਡ ਦੇਵਾਂਗੇ। ਦੈਟਸ ਗੁੱਡ ਇਨੀਸ਼ੀਏਟਿਵ ਹੋ ਗਿਆ ਨਾ, ਨਵਾਂ ਇਨੀਸ਼ੀਏਟਿਵ, ਇਨਸੈਂਟਿਵ ਦੇ ਰਹੇ ਆ ਤੁਸੀਂ ਵੀ ਚਲੋ ਤੁਸੀਂ 2 ਬੰਦਿਆਂ ਨੂੰ ਨਾਲ ਲਿਆਓ, that is very good। ਪਰ ਤੁਸੀਂ ਦੇਖਦੇ ਹੋ ਕਿ ਜਿੱਦਾਂ ਹੁਣ ਕਮਿਊਨਿਟੀ ਗਰੁੱਪਸ ਜਦੋਂ ਲੇਡੀਜ਼ ਆਉਂਦੀਆਂ ਜ਼ਿਆਦਾ, ਉਹਦੇ ਨਾਲ ਉਹਨਾਂ ਨੂੰ ਹੈਲਥ ਦੇ ਨਾਲ ਨਾਲ ਹੋਰ ਵੀ ਬੈਨੀਫਿਟ ਹੁੰਦੇ ਆ, ਜਿੱਦਾਂ ਆਪਾਂ ਗੱਲ ਕੀਤੀ ਮੈਂਟਲ ਹੈਲਥ ਦੇ ਬਾਰੇ, ਤਾਂ ਹੋਰ ਤੁਹਾਡੇ ਹਿਸਾਬ ਨਾਲ ਉਹ ਕੀ ਅਚੀਵ ਕਰਦੀਆਂ ਆ ਕੇ ਗਰੁੱਪਸ ਦੇ ਵਿੱਚ? ਦੇਖੋ ਗਰੁੱਪ ਵਿੱਚ ਆ ਕੇ ਤੇ ਇੱਕਦਮ ਕਹਿੰਦੀਆਂ ਉਹਨਾਂ ਦੀ ਪਰਸਨੈਲਿਟੀ ਬਦਲ ਜਾਂਦੀ ਹੈ, ਹਾਂਜੀ, ਉਹ ਇੱਕਦਮ ਇੰਨੀਆਂ ਫ੍ਰੈਂਡਲੀ ਹੋ ਜਾਂਦੀਆਂ ਨੇ। ਹਾਂਜੀ, ਔਰ ਮੇਰਾ ਐਕਸਪੀਰੀਅੰਸ ਤੇ ਇਹ ਹੋਏ ਜਿਹੜੀਆਂ ਜਨਾਨੀਆਂ ਕਦੀ ਨਹੀਂ ਬੋਲਦੀਆਂ ਸਨ, ਬੜੀਆਂ ਸ਼ਾਈ ਸਨ, ਉਹ ਹੁਣ ਉਹ ਚਟਰ ਕਰ ਰਹੀਆਂ ਨੇ ਕਿ ਉਹਨਾਂ ਨੂੰ ਕਈ ਦਫਾ ਸਾਨੂੰ ਬੰਦ ਕਰਵਾਉਣਾ ਪੈਂਦਾ ਕਿ ਦੂਜੇ ਨੂੰ ਵੀ ਬੋਲਣ ਦਾ ਚਾਂਸ ਦੇ ਦਿਓ। ਤੇ ਮੇਰਾ ਐਕਸਪੀਰੀਅੰਸ ਤੇ ਹੈ ਕਿ ਬਾਹਰ ਨਿਕਲਦੀਆਂ ਨੇ, ਸਭ ਤੋਂ ਪਹਿਲੇ ਟਾਈਮ ਸਿਰ ਘਰੋਂ ਉੱਠਦੀਆਂ ਨੇ, ਤਿਆਰ ਹੋ ਕੇ ਆਉਂਦੀਆਂ ਨੇ, ਆਪਣੇ ਕੱਪੜੇ ਠੀਕ ਪਾ ਕੇ ਆਉਂਦੀਆਂ ਨੇ, ਸਮਾਰਟਲੀ ਡਰੈਸ, और कई दफा ना कंपटीशन भी हो जाता है। मैं ਤੁਹਾਨੂੰ ਦੱਸ ਪਿਆ ਹਾਂਜੀ, ਆਬਵੀਅਸਲੀ ਫਿਰ ਜਦੋਂ ਰੈਗੂਲਰ ਆਣ ਲੱਗ ਪੈਂਦੀਆਂ ਨਾ ਕਿ ਸਾਡੇ ਪੰਜਾਬੀਆਂ ਹੀ ਤੁਹਾਨੂੰ ਪਤਾ ਹੈ ਨਾ ਸਾਰੇ ਕੋਲ ਸੋਹਣੇ ਸੂਟ ਤੇ ਹੈ ਹੀ ਨੇ, तो ਕਈ ਦਫਾ ਹੋ ਜਾਂਦਾ ਜਿਹੜਾ ਮੈਨੂੰ ਦੇਖ ਕੇ ਬੜੀ ਖੁਸ਼ੀ ਆਉਂਦੀ ਹੈ, ਤਿਆਰ ਹੋ ਕੇ ਆਉਂਦੀਆਂ ਨੇ, ਫਿਰ ਆ ਕੇ ਮਤਲਬ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ 10 ਮਿੰਟ ਪਹਿਲੇ ਆਪਸ ਵਿੱਚ ਗੱਲਾਂ ਕਰ ਲੈਣ, ਫਿਰ ਅਸੀਂ ਯੋਗ ਪ੍ਰਾਣਾਯਾਮ ਸ਼ੁਰੂ ਕਰਵਾ ਦਿੰਦੇ ਆ। ਔਰ ਇਹ ਵੇ ਕਿ ਉਹ ਜ਼ਿਆਦਾ ਇੰਪਾਵਰਡ ਹੋ ਰਹੀਆਂ ਨੇ, ਉਹ ਜ਼ਿਆਦਾ ਫਰੈਂਡਸ ਬਣ ਰਹੀਆਂ ਨੇ, ਉਹ ਸੋਸ਼ਲਾਈਜ਼ ਕਰ ਰਹੀਆਂ ਨੇ, ਉਹ ਹੱਸਦੀਆਂ ਨੇ, ਔਰ ਜਦੋਂ ਕਲਾਸ ਚ ਆਉਂਦੀਆਂ ਉਹਨਾਂ ਦੀ ਚਿਹਰੇ ਦੀ ਸ਼ਕਲ ਫਰਕ ਹੁੰਦੀ ਹੈ। ਜਦੋਂ ਕਲਾਸ ਖਤਮ ਹੁੰਦੀ ਹੈ 1.5 ਘੰਟੇ ਦੀ, ਤੇ ਆਬਵੀਅਸ ਹੈ ਕਿ ਉਹਨਾਂ ਦੇ ਚਿਹਰੇ 'ਚ ਇੰਨਾ ਨੂਰ ਚੜ ਜਾਂਦਾ, એનર્ਜੀ ਆ ਜਾਂਦੀ ਹੈ। એનર્ਜੀ ਆ ਜਾਂਦੀ ਹੈ। ਹਾਂਜੀ, ਤੇ ਮੈਂ ਤਾਂ ਇਹ ਕਹਿੰਦੀ ਕਿ ਨੂਰ ਚੜ ਜਾਂਦਾ ਸਾਡੀ ਕਲਾਸ 'ਚ। ਹਾਂਜੀ, ਨਹੀਂ ਵੈਰੀ ਗੁੱਡ, ਕਿਉਂਕਿ ਆਪਾਂ ਕਮਿਊਨਿਟੀ ਗਰੁੱਪਸ ਦਾ ਰੋਲ ਹੀ ਹੈ ਟੂ ਐਮਪਾਵਰ ਵਿਮਨ, ਹੈ ਨਾ, ਐਂਡ ਤੁਸੀਂ ਉਹਨਾਂ ਨੂੰ ਕੌਨਫੀਡੈਂਸ ਵੀ ਦੇ ਰਹੇ ਹੋ ਇੱਕ ਤਰ੍ਹਾਂ ਨਾਲ, ਹੈ ਨਾ, ਤਾਂ ਕਿ ਉਹ ਆਪਣਾ ਇੰਡੀਪੈਂਡੈਂਟ ਲਾਈਫ ਜੀ ਸਕਣ, ਹੈਲਦੀ ਐਂਡ ਇੰਡੀਪੈਂਡੈਂਟ ਲਾਈਫ। ਹੋਰ ਤੁਸੀਂ ਉਹ ਤੋਂ ਇਲਾਵਾ ਹੋਰ ਕੀ ਕਰਦੇ ਹੋ? ਤੁਹਾਡੀ ਆਪਣੀ ਵੀਕਲੀ ਰੂਟੀਨ ਕੀ ਹੈਗੀ ਆ? ਮੇਰੀ ਵੀਕਲੀ ਬਹੁਤ ਬਿਜ਼ੀ ਹੈ। ਅੱਛਾ ਜੀ, ਮੰਡੇ 2 ਮੇਰੇ ਬਿਜ਼ੀ ਨੇ, ਇੱਕ ਹੁੰਦੀ ਪ੍ਰਾਣਾਯਾਮ ਕਿੱਟੀ, ਹਾਂਜੀ, ਕਿ ਅਸੀਂ ਡੀਪ ਬਰੀਥਿੰਗ ਐਕਸ ਕਰਨੇ ਆ, ਸਾਡੀ ਕਿੱਟੀ ਹੈਗੀ ਅਬਾਊਟ 40 ਮਿੰਟਸ। ਅੱਛਾ ਜੀ, ਉਸ ਤੋਂ ਬਾਅਦ ਜਨਰਲ ਟਾਕ ਹੁੰਦਾ, ਜੋ ਵੀ ਟੌਪਿਕ ਚੱਲ ਰਿਹਾ ਪ੍ਰੈਜ਼ੈਂਟ ਉਹਦੇ ਤੇ ਡਿਸਕਸ਼ਨ ਹੁੰਦੀ ਹੈ। ਹਾਂਜੀ, ਫਿਰ ਜਿੰਨੇ ਘਰ ਕਿੱਟੀ ਹੁੰਦੀ ਹੈ ਉਹ ਆਪਣੇ ਹੋਰ ਸਬਜੈਕਟ ਦਿੰਦਾ ਹੈ। ਅੱਛਾ ਜੀ, ਔਰ ਉੱਥੇ ਫਿਰ ਸਾਡਾ ਗਾਣਾ ਵਜਾਣਾ ਵੀ ਹੁੰਦਾ ਹੈ, ਲਾਫਟਰ ਥੈਰੇਪੀ ਵੀ ਹੁੰਦੀ ਹੈ। ਫਿਰ ਉਸ ਤੋਂ ਬਾਅਦ ਸਿੰਪਲ ਵੈਜੀਟੇਰੀਅਨ ਫੂਡ ਹੁੰਦਾ ਹੈ, ਹੈਲਦੀ ਫੂਡ ਪ੍ਰਮੋਟ ਕਰਦੇ once a month। ਹਾਂ, ਹੈਲਦੀ ਫੂਡ ਹਾਂਜੀ, once a month। ਔਰ ਇੱਕ ਫਿਰ ਹੈਗਾ ਸਾਡਾ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਹੈ। ਅੱਛਾ ਜੀ, ਹਾਂਜੀ, ਉਹ ਵੀ ਘਰ ਹੁੰਦਾ ਹੈ। ਹਾਂਜੀ, ਹਾਂਜੀ, ਔਰ ਬਾਕੀ 2 ਹੁੰਦੇ ਨੇ, ਉਹਦੇ ਚ ਕਦੀ ਹੋਰ ਕੰਮ ਵੀ ਆ ਜਾਂਦੇ ਨੇ, ਕਿਉਂਕਿ ਮੈਂ ਜਾ ਕੇ ਡੈਮੋਨਸਟ੍ਰੇਸ਼ਨ ਬਾਹਰ ਵੀ ਕਰਨੀ ਹੈ ਯੋਗਾ ਦੀ। ਅੱਛਾ ਜੀ, ਜਿੱਥੋਂ ਹੀ ਮੈਨੂੰ ਇਨਵੀਟੇਸ਼ਨ ਆਉਂਦਾ ਹੈ ਮੈਂ ਕਦੀ ਨਾ ਨਹੀਂ ਕੀਤੀ। ਹਾਂਜੀ, ਮੈਂ ਮੇਕ ਸ਼ੋਰ ਕਿ ਆਈ ਗੋ देयर। ਤੇ ਬਾਕੀ ਜਿਹੜਾ ਕਦੀ ਤੁਹਾਡੇ ਗਰੁੱਪ ਵਿੱਚ ਮੈਂ ਆਨੀ ਆ। ਹਾਂਜੀ, ਕਦੀ ਤਾਂ ਸੁਦਰਸ਼ਨ ਜੀ ਤੁਸੀਂ ਮਾਈਂਡ ਕਰਦੇ ਹੋ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਕਿ ਹਾਊ 올ਡ ਆਰ ਯੂ? ਗੈਸ ਕਰੋ। ਮੈਨੂੰ ਤਾਂ ਤੁਸੀਂ 60 ਦੇ ਲੱਗਦੇ ਹੋ। ਨਹੀਂ ਜੀ, I am going to be 80 on 10th of June this year। ਓ ਵਾਓ, ਸੋ ਹੁਣ ਦੇਖੋ ਜੀ ਸਾਡੇ ਦਰਸ਼ਕਾਂ ਨੂੰ ਵੀ ਤੁਹਾਡੇ ਤੋਂ ਥੋੜਾ ਦੇਖ ਕੇ ਸੋਚਣਾ ਚਾਹੀਦਾ ਕਿ ਤੁਸੀਂ ਰੈਗੂਲਰ ਐਕਸਰਸਾਈਜ਼ ਕਰਦੇ ਹੋ ਤਾਂ ਕਿੰਨੇ ਹੈਲਦੀ ਐਂਡ ਯੰਗ ਲੁਕਿੰਗ ਹਾਲੇ ਤੱਕ, ਹੈ ਨਾ। ਸੋ ਇਟ ਇਜ਼ ਵੈਰੀ ਗੁੱਡ ਕਿ ਤੁਸੀਂ ਆਪਣਾ ਟਾਈਮ ਦੂਜਿਆਂ ਨੂੰ ਵੀ ਦੇ ਰਹੇ ਹੋ, ਤੁਹਾਡੀ ਹੈਲਥ ਨੂੰ ਆਪ ਨੂੰ ਵੀ ਫਾਇਦਾ ਹੋ ਰਿਹਾ, ਔਰ ਇਹ ਤੋਂ ਇਲਾਵਾ ਤੁਸੀਂ ਮੈਨੂੰ ਲੱਗਦਾ ਕੁਝ ਹੋਰ ਵੀ ਕਰਦੇ ਹੋ, ਕਿਸੇ ਹੋਰ ਚੀਜ਼ 'ਚ ਵੀ ਇਨਵੋਲਵਡ ਹੋ। ਹਾਂਜੀ, ਮੈਂ ਬਹੁਤ ਇਨਵੋਲਵਡ ਹੈਗੀ ਹਾਂ 10 ਸਾਲ ਤੋਂ। ਹਾਂਜੀ, ਵੂਮਨ ਇੰਟਰਫੇਥ ਨੈਟਵਰਕ, ਹਾਂਜੀ, ਗੈਨਸਿਲ ਬ੍ਰਾਂਚ ਹੈ ਸਾਡੀ। ਅੱਛਾ ਜੀ, ਵੂਮਨ ਇੰਟਰਫੇਥ ਜਿਹੜੀ ਹੈ ਉਹਦੇ 'ਚ ਵੀ ਇਹੋ ਆਈਡੀਆ ਹੈ ਕਿ ਡਿਫਰੈਂਟ ਰਿਲੀਜਨ ਦੇ ਲੋਕ, ਮਲਟੀ ਫੇਥ, ਮਲਟੀ ਕਲਚਰਲ ਆਉਂਦੇ ਨੇ, ਨੋ ਫੇਥ ਵਾਲੇ ਵੀ ਆਉਂਦੇ ਨੇ। ਅੱਛਾ, ਜਿਹੜੇ ਕੋਈ ਧਰਮ 'ਚ ਬਿਲੀਵ ਨਹੀਂ ਕਰਦੇ, ਕੋਈ ਧਰਮ ਵਿੱਚ ਬਿਲੀਵ ਨਹੀਂ ਹੈ। ਹਾਂਜੀ, ਉਹਦੇ 'ਚ ਇਹੋ ਆਈਡੀਆ ਹੈ ਇੱਕ ਦੂਜੇ ਨੂੰ ਪਛਾਣੀਏ, ਹਾਂਜੀ, ਉਹਨਾਂ ਦੇ ਨਾਲ ਆਪਣਾ
ਵਾਰਤਾਲਾਪ ਕਰੀਏ, ਹਾਂਜੀ। ਉਹਨਾਂ ਦੇ ਧਰਮ ਨੂੰ ਸਮਝੀਏ, ਹਾਂਜੀ। ਆਪਣੇ ਧਰਮ ਨੂੰ ਉਹਨਾਂ ਨੂੰ ਦੱਸੀਏ, ਦੱਸੀਏ, ਹਾਂਜੀ। ਅੰਡਰਸਟੈਂਡਿੰਗ ਹੋਵੇ, ਰਿਸਪੈਕਟ ਕਰਨੀ ਹੈ, ਹਾਂਜੀ। ਔਰ ਸਿਸਟਰਹੁੱਡ ਡਿਵੈਲਪ ਹੋ ਰਿਹਾ ਹੈ। ਇਹ ਕਿਉਂ ਮੈਂ ਗਈ ਹਾਂ ਉਸ 'ਚ, ਉਹਦੇ 'ਚ ਇਹ ਵੇ ਕਿ ਜਿਹੜੀ ਪ੍ਰੋਬਲਮ ਹੋ ਰਹੀ ਹੈ ਅੱਜ ਕੱਲ੍ਹ ਇੰਨੀ ਜ਼ਿਆਦਾ ਕ੍ਰਾਈਮ ਦੇ, ਹਾਂਜੀ ਹੇਟ ਕ੍ਰਾਈਮ, ਹਾਂਜੀ ਉਹਦੇ ਵਾਸਤੇ ਐਵੇਂ ਕਿ ਜਿਹੜੀ ਮਾਂ ਹੈ ਨਾ, ਹਾਂਜੀ ਉਹਨੇ ਆਪਣੇ ਬੱਚੇ ਨੂੰ ਸੁਧਾਰਨਾ ਹੈ। ਹਾਂਜੀ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਹਾਂਜੀ, ਉਹਦਾ ਹਾਂਜੀ। ਕੋਈ ਰਿਲੀਜਨ ਨਹੀਂ ਹੁੰਦਾ, ਕੁਝ ਕੋਈ ਨਹੀਂ ਹੁੰਦਾ, ਨਹੀਂ, ਕੋਈ ਹਾਂਜੀ, ਡਿਫਰੈਂਸ ਨਹੀਂ। ਜਿਹੜੀ ਮਾਂ ਹੈ ਉੱਥੋਂ ਸੰਸਕਾਰ ਬੱਚਿਆਂ ਨੂੰ ਮਿਲਦੇ ਨੇ। ਹਾਂਜੀ। ਔਰ ਅਸੀਂ ਲੋਕ ਤਾਂ ਇਕੱਠੀਆਂ ਮਾਵਾਂ ਹੁੰਦੇ ਆ ਵੀ ਕਿਸੇ ਵੀ ਤਰੀਕੇ ਨਾਲ ਪਹਿਲੇ ਅਸੀਂ ਆਪਸ ਵਿੱਚ ਆਪਣੀ ਫਰੈਂਡਸ਼ਿਪ ਬਣਾਈਏ, ਹਾਂਜੀ। ਸਾਰੇ ਰਿਲੀਜਨ 'ਚ, ਹਾਂਜੀ। ਫਿਰ ਅਸੀਂ ਆਪਣੇ ਘਰ ਨੂੰ ਸੁਧਾਰ ਸਕਨੇ ਆ। ਜਦੋਂ ਅਸੀਂ ਆਪਣੇ ਘਰ ਨੂੰ ਸੁਧਾਰਾਂਗੇ ਤੇ ਆਪਣੀ ਕਮਿਊਨਿਟੀ ਨੂੰ ਸੁਧਾਰਾਂਗੇ, ਕਮਿਊਨਿਟੀ ਸੁਧਾਰਾਂਗੇ ਤੇ ਇੰਟਰਨੈਸ਼ਨਲੀ ਅਸੀਂ ਸੁਧਾਰ ਸਕਨੇ ਆ। ਮੈਨੇ ਕਮਿਊਨਿਟੀ ਕੋਹੀਜਨ ਬਿਲਡ ਅਪ ਹੁੰਦਾ ਨਾ, ਹਾਂਜੀ। ਆਪਾਂ ਨੂੰ ਦੂਜੇ ਰਿਲੀਜਨ ਦੇ, ਦੂਜੀ ਕਮਿਊਨਿਟੀਜ਼ ਨਾਲ ਜਾਣ ਪਛਾਣ ਵੱਧਦੀ ਹੈ, ਹਾਂਜੀ। ਆਪਾਂ ਉਹਨਾਂ ਬਾਰੇ ਲਰਨ ਕਰਦੇ ਹਾਂ ਔਰ ਉਹ ਸਾਡੇ ਬਾਰੇ ਲਰਨ ਕਰਦੇ, ਹਾਂਜੀ। ਵਿਚ ਇਜ਼ ਵੈਰੀ ਗੁੱਡ। ਹੁਣ ਇਸ ਕੰਟਰੀ 'ਚ ਤਾਂ ਕਾਫੀ ਕਿਹਾ ਜਾਂਦਾ ਕਿ ਕਮਿਊਨਿਟੀ ਕੋਹੀਜਨ ਨੂੰ ਤੁਸੀਂ ਪ੍ਰਮੋਟ ਕਰੋ, ਜੀ। ਸਕੂਲਾਂ 'ਚ ਵੀ ਬੱਚਿਆਂ ਨੂੰ ਸਿਖਾਇਆ ਜਾਂਦਾ। ਔਰ ਤੁਸੀਂ ਜਿੱਦਾਂ ਹੁਣ ਇਹਦੇ 'ਚ ਵੀ ਹੈਲਥ ਦਾ ਕੁਝ ਐਲੀਮੈਂਟ ਰੱਖਦੇ ਆ? ਹਾਂਜੀ, ਇਹਦੇ 'ਚ ਵੀ ਹੁੰਦਾ ਸਾਡੇ, ਜਿਵੇਂ ਪਹਿਲੇ ਤੇ ਸਭ ਤੋਂ ਜ਼ਿਆਦਾ ਕਿ ਇੱਕ ਦੂਜੇ ਦੇ ਰਿਲੀਜਨ ਨੂੰ ਪਛਾਣਨਾ, ਅੱਛਾ ਜੀ। ਕਿ ਅਸੀਂ ਕਿਵੇਂ ਪ੍ਰੇਅਰ ਕਰਨੇ ਆ, ਸਾਡੇ ਮਰਨ ਤੇ ਅਸੀਂ ਕੀ ਕਰਨੇ ਆ, ਡਿਫਰੈਂਟ ਹੈ ਹਰ ਰਿਲੀਜਨ 'ਚ। ਹਰ ਰਿਲੀਜਨ ਦਾ ਤੇ ਅਲੱਗ ਹੈ। ਕਾਫੀ ਮਤਲਬ ਸਿਮਿਲੈਰਿਟੀਜ਼ ਵੀ ਹੈਗੀਆਂ ਨੇ, ਹਾਂਜੀ ਹਾਂਜੀ ਜਿਹੜੀਆਂ ਅਸੀਂ ਅੰਡਰਸਟੈਂਡ ਕਰ ਰਹੇ ਹਾਂ। ਹਾਂਜੀ ਔਰ ਇਹ ਪਤਾ ਲੱਗਦਾ ਹੈ, ਫਿਰ ਤੁਸੀਂ ਰਿਸਪੈਕਟ ਕਰਦੇ ਹੋ ਇੱਕ ਦੂਜੇ ਨੂੰ। ਹਾਂਜੀ। ਜਦੋਂ ਜਾਣਦੇ ਹੋ ਤੇ ਪ੍ਰੀਤ बढ़ेगी। ਜਦੋਂ ਆਪਾਂ ਜਾਣਨ ਲੱਗਦੇ ਹਾਂ ਹਰ ਇੱਕ ਰਿਲੀਜਨ ਬਾਰੇ, ਹਾਂਜੀ। ਫਿਰ ਆਪਾਂ ਨੂੰ ਲੱਗਦਾ ਕਿ ਇਹ ਤਾਂ ਕਾਫੀ ਸਿਮਿਲਰ ਹੈ, ਹਾਂ। ਹੈ ਨਾ? ਹਰ ਰਿਲੀਜਨ ਤਕਰੀਬਨ ਹਾਂਜੀ। ਸੇਮ ਚੀਜ਼ਾਂ ਹੀ ਕਹਿੰਦਾ ਹੈ। ਹਾਂਜੀ। ਹਾਂਜੀ ਤੇ ਉਸ ਤੋਂ ਬਾਅਦ ਅਸੀਂ ਕਰਨੇ ਆ, ਸਾਡੇ ਯੋਗਾ ਵੀ ਚੱਲ ਰਹੀ ਹੈ ਕਾਫੀ ਉਹਦੇ ਚ ਅੱਜ ਕੱਲ੍ਹ। ਅੱਛਾ ਜੀ, ਤੁਹਾਨੂੰ ਪਤਾ ਨਾ ਬਹੁਤ ਪ੍ਰਮੋਟ ਹੋ ਰਿਹਾ ਹੈ ਕਾਫੀ, ਹਾਂਜੀ। ਯੋਗਾ ਐਂਡ ਆਪਣੇ ਡੀਪ ਬਰੀਥਿੰਗ ਬਰੀਥਿੰਗ ਐਕਸਰਸਾਈਜ਼ ਜ਼ਿਆਦਾ ਬਰੀਥਿੰਗ ਤੇ ਅਸੀਂ ਟਾਈਮ ਸਪੈਂਡ ਕਰਨੇ ਆ। ਹਾਂਜੀ ਹਾਂਜੀ। ਔਰ ਦੂਸਰਾ ਅਸੀਂ ਕਰਨੇ ਆ ਆਪਣਾ, ਹੁਣ ਤੇ ਅਸੀਂ ਸ਼ੁਰੂ ਕਰਤਾ ਹੈ ਡਰਾਮਾ, ਅੱਛਾ ਜੀ। ਸਿੰਗਿੰਗ, ਡਾਂਸਿੰਗ, ਹਾਂਜੀ। ਲਾਫਟਰ ਥੈਰੇਪੀ ਹਾਂਜੀ। ਔਰ ਕੁਕਰੀ ਕਲਾਸਿਸ। ਕਿਉਂਕਿ ਡਾਕਟਰ ਸਾਹਿਬ, ਮੇਰਾ ਖਿਆਲ ਇਹ ਸਾਰੀਆਂ ਐਕਟੀਵਿਟੀਜ਼ ਮੈਂਟਲ ਹੈਲਥ ਲਈ ਬੜੀਆਂ ਇੰਪੋਰਟੈਂਟ ਹੈ, ਹਾਂਜੀ। ਹੈ ਨਾ? ਹਾਂਜੀ। ਕਾਫੀ ਹੈਲਪ ਕਰਦੀਆਂ ਲੋਕਾਂ ਨੂੰ, ਜਿੱਦਾਂ ਡਿਪਰੈਸ਼ਨ, ਡਿਮੈਂਸ਼ੀਆ ਚੋਂ ਕੱਢਣ ਲਈ। ਜੀ। ਔਰ ਤੁਸੀਂ ਦੇਖਿਆ ਕੋਈ ਇਦਾਂ ਹੈਲਪ ਹੁੰਦੀ ਲੋਕਾਂ ਨੂੰ? ਬੜੀ ਹੈਲਪ ਹੁੰਦੀ ਹੈ। ਹਾਂਜੀ ਜਿਨ੍ਹਾਂ ਦਿਮਾਗ ਕੰਮ ਨਹੀਂ ਕਰਦਾ ਸੀ, ਦਿਮਾਗ ਕੰਮ ਕਰ ਰਿਹਾ। ਹਾਂਜੀ। ਔਰ ਮੇਰੇ ਕੋਲ ਤੇ ਇੰਨੇ ਐਗਜ਼ਾਮਪਲ ਨੇ, ਹਾਂ, ਅਗਰ ਤੁਹਾਡੇ ਕੋਲ ਟਾਈਮ ਹੈ ਤਾਂ ਜ਼ਰੂਰ ਸੁਣੋ। ਹਾਂਜੀ, ਤੁਸੀਂ ਇੱਕ ਦੋ ਐਗਜ਼ਾਮਪਲ ਦੇ ਦਿਓ ਮੈਂ ਬਿਨਾਂ ਦੇ ਦਿੰਦੀ ਨਾਂ ਤੁਹਾਨੂੰ ਲਏ ਤੋਂ, example। ਕਿਸੇ ਤੋਂ। ਹਾਂਜੀ ਮੇਰੀ ਆਂਦੀ ਹੈ ਗਰੁੱਪ ਵਿੱਚ ਇੱਕ ਔਰਤ, ਹਾਂਜੀ ਉਹਦੀ ਉਮਰ ਹੁਣ ਹੋ ਜਾਣੀ ਹੈ 87 ਇਅਰਸ। ਹਾਂਜੀ। ਅੱਛਾ, ਉਹ ਰਾਈਟਰ ਸੀਗੀ, ਅੱਛਾ ਜੀ। ਉਹ ਲਿਖਦੀ ਸੀਗੀ। ਸਾਡਾ ਜਿਹੜਾ ਲੋਕਲ ਏਸ਼ੀਅਨ ਪ੍ਰੋਗਰਾਮ ਹੈ ਚਿੰਤਨ, ਉਹਦੇ ਚ ਦਿੰਦੀ ਸੀ। ਅੱਛਾ ਜੀ। ਫਿਰ ਇੰਜ ਹੋਇਆ ਕਿ ਉਹਦਾ ਹਾਰਟ ਆਪਰੇਸ਼ਨ ਹੋਇਆ, ਹਾਂਜੀ। ਫਿਰ ਹਸਬੰਡ ਦੀ ਡੈਥ ਹੋ ਗਈ, ਹਾਂ, ਹਾਂ। ਔਰ ਇੱਕਦਮ ਉਹ ਬਣ ਗਈ, ਕਹਿੰਦੇ ਹਾਂ, ਹਾਂ। ਕੈਬੇਜ। ਓਕੇ। ਸਾਰਾ ਉਹਦਾ ਦਿਮਾਗ ਖਤਮ ਹੋ ਗਿਆ। ਉਹਨੇ ਮੇਰੀ ਕਲਾਸ 'ਚ ਆਉਣਾ ਸ਼ੁਰੂ ਕੀਤਾ, ਔਰ ਉਹਨੂੰ ਅਸੀਂ ਹੌਲੀ ਹੌਲੀ ਕਾਫੀ ਇਨਕਰੇਜ ਕੀਤਾ। ਔਰ ਹਾਂਜੀ। ਤੁਹਾਡੀ ਖੁਸ਼ੀ ਵਾਸਤੇ ਮੈਂ ਦੱਸਦੀ ਹਾਂ, ਦੁਬਾਰਾ ਤੋਂ ਰਾਈਟ ਕਰ ਰਹੀ ਹੈ। ਵੈਰੀ ਔਰ ਗੁੱਡ। ਕੋਈ ਵੀ ਅਸੀਂ ਫੰਕਸ਼ਨ ਮਨਾਉਂਦੇ ਹਾਂ, ਹਾਂਜੀ। ਕੋਈ ਵੀ ਫੈਸਟੀਵਲ, ਹਾਂਜੀ ਹਾਂਜੀ। ਗੁਰਪੁਰਬ ਹੋਵੇ, ਹੋਲੀ ਹੋਵੇ, ਦੀਵਾਲੀ ਕੁਛ ਹੋਵੇ, ਵੀ। ਕੁਝ ਵੀ ਹੋਵੇ, ਹਾਂਜੀ। ਉਹ ਹਮੇਸ਼ਾ ਆ ਕੇ ਬੋਲਦੀ ਹੈ। ਕੌਨਫੀਡੈਂਸ ਵੀ ਆ ਗਿਆ ਉਹਨਾਂ ਦੇ ਵਿੱਚ। ਔਨ ਕੌਨਫੀਡੈਂਸ ਆ ਹਾਂਜੀ, ਗਿਆ। ਹਾਂਜੀ। ਦਿਸ ਇਜ਼ ਵਨ ਆਫ ਦ ਲਿਵਿੰਗ ਐਗਜ਼ਾਮਪਲ। ਹਾਂਜੀ। ਨਹੀਂ, ਬੜਾ ਇੰਪੋਰਟੈਂਟ ਹੈ ਕਿ ਅਸੀਂ ਵੀ ਦੇਖਦੇ ਹਾਂ ਜਦੋਂ ਲੋਕੀ ਬਾਹਰ ਆਉਂਦੇ ਆ, ਜਿਹੜੀਆਂ ਕਈ ਲੇਡੀਜ਼ ਟੋਟਲੀ ਡਿਪਰੈਸ਼ਨ 'ਚ ਹੁੰਦੀਆਂ, ਜਦੋਂ ਰੈਗੂਲਰ ਐਕਟੀਵਿਟੀ 'ਚ ਪਾਰਟਿਸਿਪੇਟ ਕਰਦੀਆਂ ਜਾਂ ਮਿਲਦੀਆਂ ਜ਼ਿਆਦਾ ਲੋਕਾਂ ਨਾਲ, ਤਾਂ ਕਾਫੀ ਐਲੀਮੀਨੇਟ ਹੋ ਜਾਂਦਾ ਡਿਪਰੈਸ਼ਨ ਜਾਂ ਮੈਂਟਲ ਹੈਲਥ। ਹੋਰ ਤੁਹਾਡੇ ਹਿਸਾਬ ਨਾਲ ਕਿ ਆਪਾਂ ਹੈਲਥ ਪ੍ਰੀਵੈਂਸ਼ਨ ਵੀ ਕਰ ਰਹੇ ਹਾਂ ਰੈਗੂਲਰ ਹੈਲਥ ਪ੍ਰੀਵੈਂਸ਼ਨ? ਹਾਂਜੀ ਅਸੀਂ ਤਾਂ ਕਹਿ ਰਹੇ ਹਾਂ ਕਿ ਸਾਡਾ ਮੇਨ ਜਿਹੜਾ ਟੌਪਿਕ ਹੈ ਉਹ ਹੈ ਯੋਗਾ ਐਂਡ ਪ੍ਰਾਣਾਯਾਮ, ਹਾਂਜੀ ਕਿ ਦਿਸ ਇਜ਼ ਪ੍ਰੀਵੈਂਟਿਵ ਆਲਸੋ, ਹਾਂਜੀ। ਕਿਉਰੇਟਿਵ ਵੀ ਹੈ। ਕਿਉਰ ਵੀ। ਪ੍ਰਾਇਮਰੀ ਕੇਅਰ ਚ ਇਹੋ ਜ਼ਿਆਦਾ ਆ ਰਿਹਾ ਹੁਣ। ਹਾਂਜੀ। ਔਰ ਸਾਰੇ ਲੋਕ ਕਨਵਿੰਸ ਹੋ ਗਏ ਨੇ, ਜ਼ਿਆਦਾ ਟਾਈਮ ਸਪੈਂਡ ਕਰੋ, ਲੰਬਾ ਗਹਿਰਾ ਸਾਂਸ ਲੈਣਾ ਔਰ ਛੱਡਣਾ, ਹਾਂਜੀ। ਔਰ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ। ਕਿਉਂਕਿ ਜਿੰਨੀ ਜ਼ਿਆਦਾ ਆਕਸੀਜਨ ਬਾਡੀ 'ਚ ਹੋਏਗੀ, ਆਪਣੀ ਇਮਿਊਨਿਟੀ ਸਟਰੋਂਗ ਹੋ ਜਾਂਦੀ ਹੈ। ਹਾਂਜੀ। ਇਸ ਕਰਕੇ, ਕਿਉਂਕਿ ਇਹ ਤੇ ਵੈਲ ਪ੍ਰੂਵ ਹੋ ਗਿਆ ਹੈ। ਇਹ ਤੇ ਕਹਿੰਦੇ ਨੇ ਆਰਡੀਨਰੀ ਬਿਮਾਰੀਆਂ ਨੇ, ਡਾਇਬੀਟੀਜ਼, ਹਾਈਪਰਟੈਂਸ਼ਨ, ਹਾਰਟ ਪ੍ਰੋਬਲਮ ਐਂਡ ਅਦਰ ਥਿੰਗਸ, ਹਾਂਜੀ। ਐਸਥਮਾ ਵਗੈਰਾ। ਕਹਿੰਦੇ ਨੇ ਕੈਂਸਰ ਸੈਲ ਕਾਂਟ ਸਰਵਾਈਵ ਹਾਂਜੀ। in the oxygenated environment. This is proved by the America, Hopkins ਹਾਂਜੀ। University. ਹਾਂਜੀ। ਉਸ ਤੇ ਕਨਵਿੰਸ ਹੈਗੇ ਆ ਹਾਂਜੀ। ਕਿ ਅਸੀਂ ਜ਼ਿਆਦਾ ਟਾਈਮ ਆਪਣਾ ਬਰੀਥਿੰਗ ਤੇ ਕਰਨਾ ਹੈ। ਔਰ ਹਾਂਜੀ। ਇੰਨਾ ਵਜਨ ਵੀ ਕਿੱਦਾਂ ਤੁਹਾਡਾ weight loss ਵੀ weight loss ਹੁੰਦਾ, ਕਿਉਂਕਿ ਹਾਂਜੀ, ਤੁਹਾਡਾ ਹਾਂਜੀ। ਵੱਧ ਜਾਂਦਾ ਹੈ, ਮੈਟਾਬੋਲਿਜ਼ਮ ਵੱਧ ਜਾਂਦਾ ਹੈ। ਹਾਂਜੀ। ਔਰ ਤੀਸਰੀ ਚੀਜ਼ ਹੈ ਕਿ ਯੂ ਆਰ ਸੋ ਹੈਪੀ, ਜਿੰਨੀ ਕਨਸੈਂਟ੍ਰੇਸ਼ਨ ਵੱਧ ਗਈ ਹੈ, ਹਾਂਜੀ। ਮੈਮਰੀ ਵੱਧ ਗਈ ਹੈ, ਹਾਂਜੀ। ਲੋਕ ਗੱਲ ਕਰਦੇ ਨੇ ਤੁਸੀਂ ਸੁਣਦੇ ਹੋ, ਹਾਂਜੀ। ਤੇ ਦਿਮਾਗ ਕਿਤੇ ਹੋਰ ਤੇ ਗੱਲਾਂ ਹੀਅਰਿੰਗ, ਕਿਤੇ ਹੋਰ। ਤਾਂ ਲੱਗਦਾ ਕਿ ਹੀਅਰਿੰਗ ਔਰ ਆਈਸਾਈਟ ਨੂੰ ਵੀ ਫਰਕ ਪੈਂਦਾ? ਬਿਲਕੁਲ, ਹਰ ਇੱਕ ਚੀਜ਼ ਦਾ ਫਰਕ ਪੈਂਦਾ ਹੈ। ਹਾਂਜੀ। ਮਤਲਬ ਜਦੋਂ ਅਸੀਂ ਡੀਪ ਬਰੀਥਿੰਗ ਕਰਨੇ ਆ ਹੀਅਰਿੰਗ ਵਾਸਤੇ, ਐਨੀਥਿੰਗ, ਹਾਂਜੀ, ਕੋਈ ਵੀ ਅਸੀਂ ਤਾਂ ਰੈਗੂਲਰ। ਕਹਿੰਦੇ ਨਾ, ਸਿਰ ਤੋਂ ਲੈ ਕੇ ਤੁਹਾਡੇ ਪਾਉਂ ਤੱਕ ਕੋਈ ਵੀ ਬਿਮਾਰੀ ਹੈ ਠੀਕ ਹੋ ਜਾਏਗੀ।
ਕੋਈ ਵੀ ਬਿਮਾਰੀ ਹੈ। ਹਾਂਜੀ ਹਾਂਜੀ। ਔਰ ਸਭ ਤੋਂ ਵੱਡੀ ਜਿਹੜੀ ਚੀਜ਼ ਹੈ, ਬਾਕੀ ਚੀਜ਼ ਨਜ਼ਰ ਆਏ ਨਾ ਆਏ, ਹਾਂਜੀ, ਲੋਕ ਬਹੁਤ ਖੁਸ਼ ਨੇ। ਹੈਪੀਨੈਸ, ਉਹਨਾਂ ਦੇ ਹਾਂਜੀ ਚਿਹਰੇ ਤੇ ਉਹ ਮੁਸਕਰਾਹਟ ਹੈ ਕਿ ਦੇਖ ਕੇ ਤੁਹਾਨੂੰ ਲੱਗਦਾ ਕਿ ਯੈਸ, ਅੱਜ ਦਾ ਕੰਮ ਜਿਹੜਾ ਮੈਂ ਕੀਤਾ ਮੈਂ ਠੀਕ ਹੀ ਕੀਤਾ। ਹਾਂਜੀ। ਔਰ ਇਦਾਂ ਹੋਰ ਵੀ ਜ਼ਿਆਦਾ ਤੋਂ ਜ਼ਿਆਦਾ ਆਪਾਂ ਲੋਕਾਂ ਨੂੰ ਚਾਹੀਦਾ ਕਿ ਉਹ ਵੀ ਬਾਹਰ ਨਿਕਲਣ, ਉਹ ਵੀ ਟਾਈਮ ਦੇਣ। ਜੇ ਹੋਰ ਕੁਝ ਨਹੀਂ ਕਰ ਸਕਦੇ, ਇੱਕ ਦੂਜੇ ਨੂੰ ਬਰੀਥਿੰਗ ਐਕਸਰਸਾਈਜ਼ ਕਰਾਈ ਜਾਣ ਇਕੱਠੇ ਗਰੁੱਪਸ 'ਚ ਬੈਠ ਕੇ, ਹੈ ਨਾ, ਚਾਹੇ ਲੇਡੀਜ਼ ਹੋਣ ਚਾਹੇ ਬੰਦੇ, ਸਾਰੇ ਕਰ ਸਕਦੇ ਹੈ ਨਾ। ਔਰ ਜ਼ਰੂਰੀ ਤਾਂ ਨਹੀਂ ਉਹਦੇ ਲਈ ਕੋਈ ਸਪੈਸ਼ਲ ਟ੍ਰੇਨਿੰਗ ਚਾਹੀਦੀ ਹੈ, ਨਹੀਂ ਕੋਈ ਸਪੈਸ਼ਲ, ਇੱਕ ਵਾਰੀ ਆ ਕੇ ਦੇਖ ਲੈਣ ਫਿਰ ਉਹ मतलब समझ जाते हैं। पर है कि ग्रुप ਵਿੱਚ आना जरूरी है अगर टेक्निक प्रॉपर करनी है तो ਇਹ ਨਹੀਂ ਕਿ ਹੈ ਪੈਸਨ। ਇਸ ਕਰਕੇ ਕੁਝ ਸੈਸ਼ਨ ਆ ਕੇ ਕਰਨ ਸਾਡੇ ਨਾਲ ਤੇ ਸਾਰੇ ਸਿੱਖ ਸਕਦੇ ਨੇ, ਕਿਉਂਕਿ ਸਾਡਾ ਟੈਕਨੀਕ ਬੜਾ ਸਿੰਪਲ ਹੈ ਔਰ ਸਾਡਾ ਟੈਕਨੀਕ ਪ੍ਰੂਵ ਹੋ ਚੁੱਕਿਆ ਹੈ। ਇਹਦੇ ਵਿੱਚ ਕੋਈ ਤੁਹਾਨੂੰ मतलब ਹਾਰਮ ਨਹੀਂ ਮਿਲਣਾ ਔਰ ਇਹਦੇ ਕਾਸਟ ਵੀ ਕੁਝ ਨਹੀਂ ਹੈ। ਔਰ ਅੱਛਾ, ਇਹ ਜਿਹੜੀਆਂ ਬਰੀਥਿੰਗ ਐਕਸਰਸਾਈਜ਼ ਹੈ, ਇਹਦੇ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦੇ? ਕੋਈ ਸਾਈਡ ਇਫੈਕਟ ਨਹੀਂ ਹੁੰਦੇ, ਪ੍ਰੋਵਾਈਡਡ ਯੂ ਲਰਨ ਦਾ ਟੈਕਨੀਕ। ਹਾਂਜੀ, ਤਰੀਕੇ ਦੇ ਨਾਲ ਕੀਤਾ ਜਾਵੇ। ਹਾਂਜੀ, ਕੁਆਲੀਫਾਈਡ ਟੀਚਰ ਕੋਲੋਂ ਤੁਸੀਂ ਪਹਿਲੇ ਸਿੱਖੋ, ਆਵੋ ਕਲਾਸਿਸ ਵਿੱਚ ਔਰ ਅਸੀਂ ਤੁਹਾਨੂੰ ਆਬਜ਼ਰਵ ਕਰਨਾ ਕਿ ਤੁਸੀਂ ਠੀਕ ਕਰ ਵੀ ਰਹੇ ਹੋ ਨਹੀਂ। ਹੁਣ ਜਿਵੇਂ ਕਈ ਲੋਕ ਕਹਿੰਦੇ ਨੇ ਮੈਂ ਕਪਾਲ ਭਾਤੀ ਇੰਨੇ ਸਾਲਾਂ ਤੋਂ ਕਰ ਰਹੀ, ਮੈਂ ਤੇ ਪਤਲੀ ਨਹੀਂ ਹੋਈ, ਤੁਸੀਂ ਕਿਵੇਂ ਹੋ ਗਏ ਹੋ? ਹਾਂਜੀ, ਅਰੇ ਬਾਬਾ ਮੇਰੀ ਕਲਾਸ ਚ ਆਓ, ਮੈਂ ਤੁਹਾਡਾ ਟੈਕਨੀਕ ਚੈੱਕ ਕਰਾਂਗੀ ਤੇ ਤੁਸੀਂ ਵੀ ਹੋ ਜਾਓਗੇ। ਹਾਂਜੀ, ਉਹਦੀ ਵੀ ਸਰਟਨ ਟੈਕਨੀਕ ਹੈ ਨਾ ਵੀ ਤੁਸੀਂ ਕਿੱਦਾਂ ਕਰਨਾ, ਕਿੰਨੇ ਸੈਕਿੰਡ ਚ ਕਰਨਾ। ਉਹੀ ਕਈ ਲੋਕੀ डिफरेंट तरीके अपने करन लग पैंदे, फिर ओदा नुकसान भी हो सकता है किसी को। हो सकता है बिल्कुल। अच्छा जी, सो इसलिए टेक्निक आना बड़ा इंपॉर्टेंट है। हां जी, तुम जाओ क्लास में जाओ, सीखो टीचर कोलों और ए नहीं कि एक दा सेशन कुछ लंबा टाइम आओ, ਤੁਹਾਨੂੰ कॉन्फिडेंस बिल्ड हो जाए और ਜਿਹੜੀ टीचर है वो भी देख ले कि ਤੁਸੀਂ ठीक कर रहे हो। थोड़ा किसी दी गाइडेंस च थोड़ा जिहा करना चाहिए। ਹੁਣ ਜਿੱਦਾਂ ਤੁਸੀਂ ਦੇਖਦੇ ਆ ਕਿ ਲੇਡੀਜ਼ ਜਾਂ ਬੰਦੇ ਵੀ ਕਾਫੀ, ਤੁਸੀਂ ਤਾਂ ਦੇਖਦੇ ਆ ਨਾ ਗਰੁੱਪਸ ਚ ਆਉਂਦੇ ਆ, ਔਰ ਜਿਨ੍ਹਾਂ ਨੇ ਕਈਆਂ ਨੇ ਤਾਂ ਆਪਣੀ ਬਿਮਾਰੀ ਨੂੰ ਤੁਸੀਂ ਸੋਚਦੇ ਆ ਕਿ ਪ੍ਰੀਵੈਂਟ ਕਰ ਲਿਆ, ਹਾਂਜੀ, ਹੈ ਨਾ, ਔਰ ਜਿਨ੍ਹਾਂ ਨੂੰ ਸਪੋਜ਼ ਕੋਈ ਬਿਮਾਰੀ ਨਹੀਂ ਆ ਉਹਨਾਂ ਨੂੰ ਵੀ ਕਰਨਾ ਚਾਹੀਦਾ। ਬਿਲਕੁਲ ਕਰਨਾ ਚਾਹੀਦਾ ਤਾਂ ਕਿ ਬਿਮਾਰੀ ਹੋਏ ਹੀ ਨਾ, ਆਏ ਨਾ। ਹਾਂਜੀ, ਤਾਂ ਕਿ ਉਹ ਪਹਿਲਾਂ ਹੀ ਐਲੀਮੀਨੇਟ ਕਰ ਲੈਣ ਉਸ ਚੀਜ਼ ਨੂੰ। ਹਾਂਜੀ, ਹੁਣ ਕਈ ਲੋਕੀ ਕਹਿੰਦੇ ਨਾ ਕਿ ਅਸੀਂ ਕਿਉਂ ਜਾਈਏ ਜੀ, ਸਾਨੂੰ ਕਿਹੜਾ ਕੋਈ ਬਿਮਾਰੀ ਹੈ, ਯੂ نو ਵੀ ਡੋਨਟ ਨੀਡ ਟੂ ਡੂ ਐਕਸਰਸਾਈਜ਼। ਪਰ ਤੁਹਾਡੇ ਹਿਸਾਬ ਨਾਲ ਉਹਨਾਂ ਨੂੰ ਵੀ ਕਰਨੀ ਚਾਹੀਦੀ ਹੈ। ਜ਼ਰੂਰ ਜਾਣਾ ਚਾਹੀਦਾ। ਦੇਖੋ ਜੀ, ਸਭ ਤੋਂ ਪਹਿਲੇ ਐਗਜ਼ਾਮਪਲ ਮੈਂ ਤੁਹਾਨੂੰ ਦੱਸਦੀ ਹਾਂ। ਹਾਂਜੀ, ਜਿੰਨੀਆਂ ਵੀ ਬਿਮਾਰੀਆਂ ਨੇ, ਹਾਂਜੀ, ਜਦੋਂ ਡਾਇਗਨੋਸ ਹੁੰਦੀਆਂ ਹੈ ਡਾਕਟਰ ਕੋਲੋਂ ਬਾਈ ਵੇਰੀਅਸ ਟੈਸਟ, 80% ਡੈਮੇਜ ਹੋ ਗਿਆ ਹੁੰਦਾ ਆਰਗਨ। 80% ਡੈਮੇਜ। अगर आज मैं डायबिटिक हाँ तो खरे 20 साल पहले तो शुरू हो गई सी मेरी प्रॉब्लम, डायग्नोज आज हुई है। तो ए ना सोचो कि ਤੁਹਾਨੂੰ ਬਿਮਾਰੀ ਅਗਰ ਉਹ ਲੈਵਲ ਨਹੀਂ ਲੱਗਾ ਕਿ ਤੁਸੀਂ ਠੀਕ ਹੋ। ਹਾਂਜੀ, ਹਾਂਜੀ, ਬੈਸਟ ਹੈ ਪ੍ਰੀਵੈਂਸ਼ਨ ਕਰੋ। ਔਰ ਜ਼ਿਆਦਾਤਰ ਤੁਸੀਂ ਦੇਖਿਆ ਨਾ ਕਿ ਲੋਕੀ ਉਦੋਂ ਹੀ ਜਾਂਦੇ ਆ ਜਦੋਂ ਡਾਕਟਰ ਉਹਨਾਂ ਨੂੰ ਦੱਸ ਦਿੰਦਾ ਕਿ ਹੁਣ ਤੁਹਾਨੂੰ ਡਾਇਬੀਟੀਜ਼ ਹੈ, ਹੁਣ ਤੁਹਾਨੂੰ ਜੀ ਹਾਈਪਰਟੈਂਸ਼ਨ ਹੋ ਗਿਆ ਜਾਂ ਕੈਂਸਰ ਹੋ ਗਿਆ, ਉਦੋਂ ਇੱਕਦਮ ਡਰ ਜਾਂਦੇ ਆ। ਪਰ ਤੁਹਾਡੇ ਹਿਸਾਬ ਨਾਲ ਉਹਨਾਂ ਨੂੰ ਪਹਿਲਾਂ ਤੋਂ ਹੀ ਦੇਖਣਾ ਚਾਹੀਦਾ। ਆਪਣੇ ਇਹ ਕਰਨ, ਹਾਂਜੀ, ਯੋਗ ਪ੍ਰਾਣਾਯਾਮ ਰੋਜ਼ ਕਰਨ, ਰੋਜ਼ 1 ਘੰਟਾ ਜਿਹੜਾ ਵੀ ਕਰੇਗਾ ਰੋਜ਼ ਯੋਗ ਪ੍ਰਾਣਾਯਾਮ, ਉਹਨੂੰ ਕੋਈ ਬਿਮਾਰੀ ਨਹੀਂ ਹੋਏਗੀ। ਔਰ ਦੂਸਰੀ ਗੱਲ ਹੈ ਆਪਣੇ ਖਾਣੇ ਦਾ ਵੀ ਧਿਆਨ ਰੱਖਣਾ। ਹਾਂਜੀ, ਮੈਂ ਹੀ ਹੁਣ ਪੁੱਛਣਾ ਸੀ ਤੁਹਾਨੂੰ ਕਿ ਹੁਣ ਮੇਰੇ ਵਰਗਾ ਬੰਦਾ ਸੋਚੇ ਕਿ ਮੈਂ ਬਰੀਥਿੰਗ ਤਾਂ ਕਰ ਲਈ ਪਰ ਹੁਣ ਖਾਣੇ ਦਾ ਤਾਂ ਸ਼ੌਂਕ ਵਧਾਇਆ, ਤਾਂ ਉਹਦੇ ਨਾਲ ਫਿਰ ਕਿੱਦਾਂ ਮਤਲਬ ਪ੍ਰੋਬਲਮ ਤਾਂ ਉਹੀ ਰਹਿਣੀ ਹੈ ਨਾ। ਬਿਲਕੁਲ ਬਿਲਕੁਲ ਰਹਿਣੀ। ਪਰ ਹੁਣ ਐਕਸਰਸਾਈਜ਼ ਦੇ ਨਾਲ ਆਪਾਂ ਨੂੰ ਡਾਈਟ ਦਾ ਵੀ ਬੜਾ ਧਿਆਨ ਹੈ, ਖਾਣੇ ਦਾ ਧਿਆਨ। ਔਰ ਖਾਣਾ ਤੁਹਾਡੇ ਹਿਸਾਬ ਨਾਲ ਕਿੱਦਾਂ ਮਤਲਬ ਬੈਲੈਂਸਡ बैलेंस फूड होना चाहिए, सारा कुछ लेना चाहिए, प्रोटीन भी लवो, फैट भी लवो, कार्बोहाइड्रेट्स भी लवो। हाँ जी, ये सारे लेने जरूरी ने और मेक श्योर के सारे मिनरल भी आ रहे ने। हाँ जी, और ये सारी चीज़ां बहुत जरूरी ने। कई लोग एवं वहम च पै रहिंदे ने, मैं डायबिटिक हाँ, मैं ये नहीं खाना वो नहीं खाना। तुसी सब कुछ खा सकते हो पर बैलेंस्ड, इन मॉडरेशन। इन मॉडरेशन, हाँ जी। पर जिदा वही हुण डायबिटीज च कईयां नूं हुंदा कि हुण कई कहंदे तुसी जी फ्रूट ना खाओ बिल्कुल, बड़ा मिठा, ਤੁਹਾਨੂੰ ਲੱਗਦਾ ਹੈ ਕਿ ਫਰੂਟ ਬਿਲਕੁਲ ਨਹੀਂ ਖਾਣਾ ਚਾਹੀਦਾ ਉਹਨਾਂ ਨੂੰ? ਕਈ ਜ਼ਰੂਰ ਖਾਓ ਪਰ ਹਾਂਜੀ, ਦੇਖ ਕੇ ਖਾਓ, ਦੇਖ ਕੇ ਖਾਓ। 5 a day you can still take। ਹਾਂਜੀ, ਪਰ ਕਿਹੜੇ ਕਿਹੜੇ ਲਵੋਗੇ ਆਪਣੇ ਹਿਸਾਬ ਨਾਲ। ਹਾਂਜੀ, ਹਾਂ, ਫਿਰ ਵੈਜੀਟੇਬਲ ਵੀ ਲਵੋ और मेक श्योर कि तुसी अपना थोड़े बहुत नट्स भी ले रहे हो। हाँ जी, ऐ नहीं कि तुसी अपनी मुट्ठी भर के खा जाओ काजू, नो। और अखरोट, क्योंकि सारे कहते हैं अखरोट इज गुड फॉर ब्रेन। हाँ जी, पर वो भी तरीके नाल खाना है। किन्ना खाना चाहिए थानू लगदा है? मैनूं लगदा है जेड़ा डायबिटिक है ओनू ते ट्वाइस ए वीक अखरोट एक ले लवे।
ਟਵਾਈਸ ਅ ਵੀਕ ਬਸ ਇੱਕ ਅਖਰੋਟ ਹਾਂ ਟਵਾਈਸ ਅ ਵੀਕ ਪਰ ਹੁਣ ਕਈ ਲੋਕ ਕਹਿੰਦੇ ਕਿ ਰੋਜ਼ ਤੁਹਾਨੂੰ 2 ਖਾਣੇ ਚਾਹੀਦੇ ਨਹੀਂ ਦੈਟਸ ਟੂ ਮਚ ਔਰ ਫਿਰ ਜਿਵੇਂ ਡੇਟਸ ਨੇ ਲੋਕਾਂ ਨੂੰ ਵਹਿਮ ਹੈ ਡੇਟਸ ਨਹੀਂ ਮੈਂ ਖਾਣੀ ਖਾ ਸਕਦੀ ਹਾਂ ਡੇਟਸ ਟਵਾਈਸ ਅ ਵੀਕ ਕਹਿੰਦੇ ਨਾ ਕਿ ਅੱਛਾ ਖਾ ਸਕਦੇ ਕਿਉਂਕਿ ਉਹਦੇ ਚ ਹੋਰ ਬਹੁਤ ਕੁਝ ਹੈ ਇਹ ਡਾਇਬੀਟੀਜ਼ ਵਾਲਿਆਂ ਲਈ ਜਿਹਦਾ ਡਾਇਬੀਟੀਜ਼ ਵਾਸਤੇ ਹੁਣ ਜੇ ਮੈਂ ਕੇਲਾ ਨਹੀਂ ਖਾਣਾ ਮੈਂ ਕੇਲਾ ਨਹੀਂ ਖਾਣਾ ਤੁਸੀਂ ਕੇਲਾ ਖਾ ਸਕਦੇ ਹੋ ਛੋਟਾ ਕੇਲਾ ਅੱਜ ਪ੍ਰੂਵ ਹੋ ਗਿਆ ਟੇਕ 1 ਕੇਲਾ a day and doctor will be away ਪਹਿਲੇ ਅਸੀਂ ਕਹਿੰਦੇ ਸੀ ਸੇਬ ਦੇ ਬਾਰੇ ਚ ਹਾਂਜੀ ਹੁਣ ਅਸੀਂ ਕੇਲੇ ਦੇ ਬਾਰੇ ਚ ਕਹਿ ਰਹੇ ਕਿਉਂਕਿ ਉਹਦੇ ਬਹੁਤ ਫਾਇਦੇ ਨੇ ਕਿਉਂ ਡਿਮੈਂਸ਼ੀਆ ਬਹੁਤ ਹੋ ਰਿਹਾ ਇਸ ਕਰਕੇ ਤਾਂ ਕੇਲੇ ਦੇ ਨਾਲ ਪੋਟਾਸ਼ੀਅਮ ਹੁੰਦਾ ਨਾ ਕਿਉਂਕਿ and potassium is ਵਾਸਤੇ ਵੀ ਠੀਕ ਹੈ and potassium is good for brain and heart zinc potassium ਹੈ ਨਾ ਇਸ ਕਰਕੇ ਤਾਂ ਉਹੀ ਜਿੱਦਾਂ ਹੁਣ ਬਦਾਮ ਵਗੈਰਾ ਆਪਣਾ ਬਦਾਮ ਲਓ ਕਾਫੀ ਖਾਂਦੇ ਆ 5 ਬਦਾਮ ਲੈ ਲਓ ਤੁਸੀਂ ਬਸ 5 ਹੀ ਖਾਣੇ ਬਦਾਮ ਹਾਂ ਬ੍ਰੇਨ ਅੱਛਾ ਕੰਮ ਕਰੇਗਾ ਅੱਖਾਂ ਕੰਮ ਕਰਨਗੀਆਂ ਕਿਉਂਕਿ ਉਹਦੀ ਸ਼ੇਪ ਹੀ ਅੱਖਾਂ ਵਾਕਨ ਹੈ ਬਦਾਮ ਦੀ ਅਖਰੋਟ ਦੀ ਸਾਡੇ ਦਿਮਾਗ ਵਾਕਨ ਦਿਮਾਗ ਵਰਗੀ ਆ ਔਰ ਪੇਟ ਜਿਹੜੀ ਉਹਦੀ ਸਾਡੀ ਓਵਰੀਜ਼ ਵਾਸਤੇ ਹੈ ਹਾਂਜੀ ਤਾਂ ਸਾਰੇ ਜਿਹੜੇ ਨੇ ਨਾ ਲੈਣੇ ਹੈ ਜ਼ਰੂਰ ਪਰ ਨਾਲ ਸੀਡਸ ਵੀ ਲਵੋ sunflower seed ਲਵੋ flax seed ਲਵੋ flax seed is very good for diabetes for arthritis for constipation ਉਹ ਬੜੇ ਅੱਛੇ ਆ flax seed ਉਹਦਾ ਪੰਜਾਬੀ ਚ ਨਾਂ ਕੀ ਹੈ ਜੀ flax seed ਦਾ ਮੈਨੂੰ ਵੀ ਨਹੀਂ ਹੁਣ ਯਾਦ ਆ ਰਿਹਾ ਚਲੋ ਅਸੀਂ ਅਗਲੀ ਵਾਰੀ ਦੱਸ ਦਾਂਗੇ ਮੈਨੂੰ ਵੀ ਹੁਣ ਦਿਮਾਗ ਚ ਨਹੀਂ ਆ ਰਿਹਾ ਫਲੈਕਸ ਸੀਡ ਹੀ ਕਹਿੰਦੇ ਜ਼ਿਆਦਾ ਅਲਸੀ ਵਰਗੇ ਹੁੰਦੇ ਨਾ ਅਲਸੀ ਹੈ ਨਾ ਅਲਸੀ ਹਾਂ ਮੈਂ ਵੀ ਉਹੀ ਸੋਚ ਰਹੀ ਸੀ ਵੀ ਹਾਂ ਹੁਣ ਇਹ ਮੂੰਹ ਚ ਫਲੈਕਸ ਸੀਡ ਇਜ਼ ਵੈਰੀ ਇੰਪੋਰਟੈਂਟ ਅਲਸੀ ਜਿੱਦਾਂ ਪਰ ਉਹ ਵੀ ਕਿੰਨੀ ਕੁ ਖਾਣੀ ਚਾਹੀਦੀ ਆ ਦੇਖੋ ਨਾ ਤੁਸੀਂ ਜਿਵੇਂ ਸਵੇਰੇ ਬ੍ਰੇਕਫਾਸਟ ਕੀਤਾ ਹਾਂਜੀ ਇਹ ਤੇ ਨਾਰਮਲ ਆਦਮੀ ਕਹਿ ਰਹੇ ਡਾਇਬੀਟੀਜ਼ ਤਾਂ ਨਹੀਂ ਮੈਂ ਕਹਿ ਰਹੀ ਹਾਂਜੀ ਨਾਰਮਲ ਆਦਮੀ ਸੀਰੀਅਲ ਲੈਂਦੇ ਹੋ ਉਹ ਵੀ ਸੀਰੀਅਲ ਵੀ ਜ਼ਿਆਦਾ ਨਹੀਂ ਲੈਣੇ ਅਸੀਂ ਅੱਛਾ ਉਹਨਾਂ ਚ ਵੀ ਸ਼ੂਗਰ ਹੁੰਦੀ ਹਾਈ they are very filling you know ਸ਼ੂਗਰ ਅੱਛਾ ਜਿੰਨੇ ਸੀਰੀਅਲ ਨਹੀਂ ਹੁੰਦੀ ਜਿਹੜੇ ਆਪਣੇ ਹੁਣ ਜਿਵੇਂ ਓਟਸ ਨੇ ਉਹਦੇ ਤੇ ਸ਼ੂਗਰ ਹੈ ਹੀ ਨਹੀਂ ਹਾਈ ਫਾਈਬਰ ਹੀ ਹੈ ਪਰ ਉਹ ਵੀ ਜ਼ਿਆਦਾ ਅਮਾਉਂਟ ਤੁਸੀਂ ਨਹੀਂ ਲੈਣਾ ਅੱਛਾ ਥੋੜਾ ਬਹੁਤ ਫਿਲਿੰਗ ਹੈ ਔਰ ਉਹਦੇ ਤੁਸੀਂ ਪਾ ਦਿਓ ਜਿਵੇਂ ਹਰ ਇੱਕ ਚੀਜ਼ ਜਦੋਂ ਸਟਾਰਟ ਕਰੀ ਦੇ ਥੋੜੇ ਅਮਾਉਂਟ ਤੋਂ ਕਰਨੀ ਹੈ ਥੋੜੀ ਜਿਵੇਂ ਮੈਂ ਕਹਾਂਗੀ ਅੱਧਾ ਚਮਚ ਚਾਹ ਵਾਲਾ ਆਪਣੇ ਸੀਡ ਨੂੰ ਸਪਰੈਡ ਕਰ ਦੋ ਪਰ ਜਿਹੜੇ ਸੀਡ ਨੇ ਹੁਣ ਬਾਜ਼ਾਰੋਂ ਲਿਆਇਓ ਯੂ ਹੈਵ ਟੂ ਰੋਸਟ ਇਟ ਅੱਛਾ ਕੱਚੇ ਨਹੀਂ ਖਾ ਸਕਦੇ ਨਹੀਂ ਖਾਣੇ ਕੱਚੇ ਤਾਂ ਨਹੀਂ ਹੋਏਗਾ ਫਾਇਦਾ ਰੋਸਟ ਕਰਨ ਨਾਲ ਕੋਈ ਥੋੜਾ ਜਿਹਾ ਤਵੇ ਦੇ ਉੱਪਰ ਉਹਨੂੰ ਭੁੰਨ ਲਓ ਬੜਾ ਲਾਈਟਲੀ ਤੇ ਉਹਦਾ ਪਾਊਡਰ ਚਾਹ ਬਣਾ ਲਓ ਜਾਂ ਨਾ ਬਣਾਓ ਫਿਰ ਉਹਨੂੰ ਖਾਓ ਓਕੇ ਹਾਂ ਹਾਂਜੀ ਰॉ ਨਹੀਂ ਖਾਣਾ ਅੱਛਾ ਰॉ ਨਹੀਂ ਖਾਣਾ ਕਿਉਂਕਿ ਆਪਣੇ ਕਾਫੀ ਲੋਕ ਉਦਾਂ ਰॉ ਖਾਂਦੇ ਨਾ ਜਿੱਦਾਂ ਹਾਂਜੀ ਰॉ ਦਾ ਉਹਨਾਂ ਫਾਇਦਾ ਨਹੀਂ ਹੋਗਾ ਕਿਉਂਕਿ ਉਹਦਾ ਛਿਲਕਾ ਹੈ ਨਾ ਉਹ ਦੁਖੀ ਕਰੇਗਾ ਤੁਹਾਨੂੰ ਜਦੋਂ ਤੁਸੀਂ ਰੋਸਟ ਕਰ ਲੈਂਦੇ ਤਾਂ ਹਲਕਾ ਹੋ ਜਾਂਦਾ ਥੋੜਾ ਲਾਈਟ ਹੋ ਜਾਂਦਾ ਓਕੇ ਤੇ ਉਹ ਤੁਸੀਂ ਅੱਧਾ ਚਮਚ ਸ਼ੁਰੂ ਕਰੋ ਉਸ ਤੋਂ ਬਾਅਦ 1 ਚਮਚ ਤੇ ਆ ਜਾਓ ਹੌਲੀ ਹੌਲੀ 1.5 ਚਮਚ ਕਰ ਦਿਓ ਅੱਛਾ ਸਟੈਪ ਬਾਈ ਸਟੈਪ ਵਧਾਣਾ ਹਾਂਜੀ ਹੌਲੀ ਹੌਲੀ ਵਧਾਣਾ ਕੋਈ ਵੀ ਚੀਜ਼ ਔਰ ਇੰਜ ਜਿਵੇਂ ਅਸੀਂ ਦਾਲ ਬਣਾਉਂਦੇ ਆ ਦਾਲ ਦੇ ਵਿੱਚ ਪਾ ਦਿਓ ਤੁਸੀਂ ਫਲੈਕਸ ਸੀਡ ਅੱਛਾ ਜੀ ਹਾਂ ਸੈਲਡ ਦੇ ਉੱਪਰ ਪਾ ਦਿਓ ਫਲੈਕਸ ਸੀਡ ਹਾਂ ਬਿਕਾਜ਼ ਰੋਸਟਡ ਫਿਰ ਥੋੜਾ ਟੇਸਟ ਵੀ ਅੱਛਾ ਹੋ ਜਾਂਦਾ ਹਾਂਜੀ ਜਿਵੇਂ ਹੁਣ ਕਈ ਲੋਕ ਬੱਚੇ ਨਹੀਂ ਪਸੰਦ ਕਰਦੇ ਤੇ ਤੁਸੀਂ ਦਾਲ ਦੇ ਵਿੱਚ ਪਾ ਦਿਓ ਪਾਊਡਰ ਬਣਾ ਕੇ ਹਾਂ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਦੈਟਸ ਗੁੱਡ ਆਈਡੀਆ ਹਾਂਜੀ ਹਾਂ ਇਹ ਵੀ ਵਾਸਤੇ ਡਾਇਬੀਟੀਜ਼ ਵਾਸਤੇ weight reduction ਵਾਸਤੇ constipation ਵਾਸਤੇ ਅੱਛਾ ਜੀ ਤਾਂ ਰੈਗੂਲਰ ਪਰ ਖਾਣਾ ਚਾਹੀਦਾ ਰੈਗੂਲਰ ਖਾਓ ਰੈਗੂਲਰ ਇਹਨਾਂ ਤੇ ਜ਼ਿਆਦਾ ਧਿਆਨ ਦੇਣਾ ਜਿਹੜਾ ਅਸੀਂ ਕਦੀ ਪਹਿਲੇ ਨਹੀਂ ਦਿੱਤਾ ਹਾਂਜੀ ਹੁਣ ਨਹੀਂ ਖਾਂਦੇ ਤਾਂ ਆਪਾਂ ਪਹਿਲਾਂ ਵੀ ਸਾਰੇ ਆਪਣੇ ਬਜ਼ੁਰਗ ਜਿੱਦਾਂ ਸੀਡਸ ਵਗੈਰਾ ਖਾਂਦੇ ਰਹੇ ਆ ਅਸੀਂ ਲੋਕ ਨਹੀਂ ਖਾਦਾ ਮੈਂ ਖਿਆਲ ਅੱਛਾ ਜੀ ਮੇਰਾ ਨਹੀਂ ਖਿਆਲ ਮੈਂ ਖਾਦਾ ਹੋਵੇ ਅੱਛਾ ਜੀ ਮੈਨੂੰ ਤੇ ਹੁਣ ਅਵੇਅਰਨੈਸ ਹੋਈ ਹੈ ਜਦੋਂ ਦੇ ਅਸੀਂ ਇਸ ਫੀਲਡ ਵਿੱਚ ਆਏ ਆ ਹਾਂਜੀ ਪਹਿਲਾਂ ਨਹੀਂ ਖਾਦੇ ਹਾਂਜੀ ਅੱਛਾ ਪਰ ਜਿੱਦਾਂ ਹੁਣ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਮਿਊਨਿਟੀ ਗਰੁੱਪਸ ਦੇ ਬਾਰੇ ਚ ਕਿ ਇਟਸ ਵੈਰੀ ਇੰਪੋਰਟੈਂਟ ਟੂ ਗੋ ਆਊਟ ਉਹਦੇ ਨਾਲ ਆਪਾਂ ਨੂੰ ਹੈਲਥ ਤੇ ਫਰਕ ਪੈਂਦਾ ਈਵਨ ਮੈਂਟਲ ਹੈਲਥ ਤੇ ਫਰਕ ਪੈਂਦਾ ਐਂਡ ਤੁਹਾਨੂੰ ਲੱਗਦਾ ਕਿ ਹੁਣ ਅੱਗੇ ਨਾਲੋਂ ਜ਼ਿਆਦਾ ਲੋਕ ਬਾਹਰ ਆ ਰਹੇ ਐਂਡ ਪਾਰਟਿਸਿਪੇਟ ਕਰ ਰਹੇ ਆ ਬਹੁਤ ਜ਼ਿਆਦਾ ਆ ਰਹੇ ਨੇ ਜੀ ਹਾਂਜੀ ਬਹੁਤ ਜ਼ਿਆਦਾ ਆ ਰਹੇ ਨੇ ਇੱਕ ਦੂਜੇ ਕੋਲ ਸੁਣ ਕੇ ਆ ਰਹੇ ਨੇ ਇੱਕ ਦੂਜੇ ਤੋਂ ਕੋਲ ਸੁਣ ਕੇ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਬੈਨੀਫਿਟ ਹੋ ਰਿਹਾ ਕਿਉਂਕਿ ਦੇਖੋ ਨਾ ਜਿਵੇਂ ਇੱਕ ਐਗਜ਼ਾਮਪਲ ਆਰਥਰਾਈਟਿਸ ਹਾਂਜੀ ਇਹਨਾਂ ਦੇ ਆਰਥਰਾਈਟਿਸ ਠੀਕ ਹੋ ਗਏ ਨੇ ਤਾਂ ਕਹਿੰਦੇ ਤੇ ਵੀ ਤੂੰ ਕੀ ਕਰਨੀ ਅੱਜ ਕੱਲ ਮੈਂ ਤੇ ਕਲਾਸਿਸ ਜਾਂਦੀ ਆ ਉੱਥੇ ਐਕਸਰਸਾਈਜ਼ ਕਰਵਾਉਂਦੇ ਨੇ ਉਹ ਅਸੀਂ ਠੀਕ ਹੋ ਰਹੇ ਹਾਂ ਉਹ ਸੁਣ ਕੇ ਵਰਡ ਆਫ ਮਾਊਥ ਬਹੁਤ ਆ ਰਿਹਾ ਸਾਡੀ ਕੋਈ ਐਡਵਰਟਾਈਜ਼ਮੈਂਟ ਨਹੀਂ ਹੋ ਰਹੀ ਹਾਂਜੀ ਨਹੀਂ ਵਰਡ ਆਫ ਮਾਊਥ ਹੀ ਹੈ ਔਰ ਲੋਕ ਦੇਖਦੇ ਨੇ ਹੁਣ ਤੁਸੀਂ ਆਪਣਾ ਗਰੁੱਪ ਹੀ ਲੈ ਲਓ ਹਾਂਜੀ ਕਿਵੇਂ ਇੰਨੇ ਲੋਕ ਆ ਰਹੇ ਨੇ ਹਾਂਜੀ ਇਸ ਵਰਡ ਆਫ ਮਾਊਥ ਖੁਸ਼ ਹੁੰਦੇ ਨੇ ਉਹ ਲੋਕ ਜਦੋਂ ਉਹਨਾਂ ਨੂੰ ਥੋੜੀ ਚੇਂਜ ਹੋ ਜਾਂਦੀ ਹੈ ਹੈਲਥ 'ਚ ਫਰਕ ਪੈਂਦਾ ਇਟਸ ਵੈਰੀ ਇੰਪੋਰਟੈਂਟ ਕਿ ਕਮਿਊਨਿਟੀ ਗਰੁੱਪਸ ਅਟੈਂਡ ਕਰਨ ਰੈਗੂਲਰ ਨਹੀਂ ਵੀ ਆਣਾ ਤਾਂ ਘਰ 'ਚ ਹੀ ਐਕਸਰਸਾਈਜ਼ ਕਰਨ ਘਰ ਵਿੱਚ ਨਹੀਂ ਹੁੰਦੀ ਐਕਸਰਸਾਈਜ਼ ਹੁੰਦੀ ਨਹੀਂ ਕੋਈ ਨਹੀਂ ਹੁੰਦੀ ਕਾਲਜ ਤੇ ਆਵੇ ਘਰ ਬੈਠੇ ਹੋਗੇ
ਚਾਹ ਪੀਂਦੇ ਰਹੋਗੇ, ਬਿਸਕੁਟ ਖਾਂਦੇ ਰਹੋਗੇ, ਉਹ ਵੀ ਨਹੀਂ ਤੇ ਟੈਲੀਫੋਨ ਹੀ ਆ ਜਾਏਗਾ, ਟੈਲੀਫੋਨ ਹੀ ਤੇ ਘਰ ਦੀ ਬੈਲ ਹੀ ਵੱਜ ਜਾਏਗੀ, ਤੇ ਸਾਰਾ ਕੰਮ ਰਹਿ ਜਾਂਦਾ। ਬਾਹਰ ਹੀ ਨਿਕਲਣਾ ਪਏਗਾ। ਮੈਂ ਤੇ ਸਭ ਨੂੰ ਰਿਕੁਐਸਟ ਕਰਾਂਗੀ, ਘਰੋਂ ਬਾਹਰ ਨਿਕਲੋ, ਤੁਹਾਡੀ ਉਮਰ ਐਸੀ ਹੈ, ਤੁਹਾਡਾ ਆਪਣਾ ਟਾਈਮ ਹੈ, ਐਂਡ ਆਲਵੇਜ਼ ਸੇ ਦਿਸ ਇਜ਼ ਮਾਈ ਟਾਈਮ। ਆਪਣੇ ਲਈ ਥੋੜਾ ਹਾਂਜੀ ਐਟਲੀਸਟ ਇੱਕ ਘੰਟਾ ਕੱਢਣ, ਘੰਟਾ ਕੱਢੋ। ਔਰ ਜਦੋਂ ਤੁਸੀਂ ਬਾਹਰ ਆਓਗੇ, ਮਿਲੋਗੇ, ਗੱਲਾਂ ਕਰੋਗੇ, ਇੱਕ ਦੂਜੇ ਦੀ ਪਹਿਚਾਨ बढ़ेगी, ਤੇ ਸਾਰੀਆਂ ਬਿਮਾਰੀਆਂ ਭੁੱਲ ਜਾਂਦੀਆਂ ਨੇ। ਨਾਲੇ ਜਦੋਂ ਦੂਜੇ ਨੂੰ ਸੁਣਦੇ ਆ ਕਿ ਮੈਨੂੰ ਵੀ ਇਹ ਪ੍ਰੋਬਲਮ ਆ, ਇੱਕ ਦੂਜੇ ਨੂੰ ਦੇਖ ਕੇ ਆਪਣਾ ਦੁੱਖ ਥੋੜਾ ਘਟ ਜਾਂਦਾ ਹੈ ਨਾ। ਨਹੀਂ ਤਾਂ ਘਰ ਬੈਠੇ ਬੈਠੇ ਲੱਗਦਾ ਕਿ ਪਤਾ ਨਹੀਂ ਮੈਂ ਹੀ ਦੁਨੀਆ ਦਾ ਸਭ ਤੋਂ ਵਰਸਟ ਕੇਸ ਆ, ਮਤਲਬ ਮੈਨੂੰ ਹੀ ਸਾਰੀ ਪ੍ਰੋਬਲਮ ਹੈ। ਨਹੀਂ, ਇਟਸ ਵੈਰੀ ਇੰਪੋਰਟੈਂਟ। ਤਾਂ ਇਦਾਂ ਦੇ ਆਪਾਂ ਰੈਗੂਲਰ, ਜਿਹੜਾ ਹੁਣ ਕਮਿਊਨਿਟੀ ਗਰੁੱਪਸ 'ਚ ਅਸੀਂ ਵੀ ਰੈਗੂਲਰ ਸਾਰਿਆਂ ਨੂੰ ਐਡਵਾਈਸ ਕਰਦੇ ਹਾਂ ਕਿ ਤੁਸੀਂ ਬਾਹਰ ਜਾਓ, ਥੋੜਾ ਦੇਖੋ ਕੀ ਹੋ ਰਿਹਾ ਤੁਹਾਡੇ ਨਜ਼ਦੀਕ, ਕਿਤੇ ਵੀ ਜਿੱਥੇ ਵੀ ਤੁਸੀਂ ਰਹਿੰਦੇ ਹੋ। ਜ਼ਰੂਰੀ ਨਹੀਂ ਕਿ ਤੁਸੀਂ ਏਸ਼ੀਅਨ ਗਰੁੱਪਸ 'ਚ ਹੀ ਜਾਣਾ, ਜੇ ਕਿਤੇ ਹੋਰ ਵੀ ਕੋਈ ਐਕਸਰਸਾਈਜ਼ ਕਲਾਸ ਹੋ ਰਹੀ ਹੈ ਉੱਥੇ ਵੀ ਅਟੈਂਡ ਕਰ ਸਕਦੇ ਆ ਨਾ ਲੋਕੀ, ਕਿਉਂਕਿ ਅਗੇਨ ਹੈਲਥ ਨੂੰ ਤਾਂ ਉਹਦੇ ਨਾਲ ਫਰਕ ਪੈਣਾ ਹੀ ਆ। ਤਾਂ ਹੋਰ ਤੁਸੀਂ ਕੋਈ ਮੈਸੇਜ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੋਗੇ ਤਾਂ ਜ਼ਰੂਰ ਦਿਓ। ਮੈਂ ਤੇ ਇਹ ਕਹਾਂਗੀ, ਮੇਰੀ ਤੇ ਹੰਬਲ ਇਹ ਰਿਕੁਐਸਟ ਹੈ ਸਭ ਨੂੰ, ਹਾਂਜੀ, ਆਪਣੇ ਘਰੋਂ ਬਾਹਰ ਨਿਕਲੋ, ਹਾਂਜੀ, ਔਰ ਤੁਹਾਡੀਆਂ ਬਿਮਾਰੀਆਂ ਸਭ ਦੂਰ ਹੋ ਜਾਣਗੀਆਂ। ਹਾਂਜੀ, ਉਹ ਫਿਜ਼ੀਕਲ ਹੈ, ਮੈਂਟਲ ਹੈ, ਜਾਂ ਸਪਿਰਿਚੁਅਲ ਹੈ, ਜਾਂ ਇਮੋਸ਼ਨਲ ਹੈ। ਜਦੋਂ ਆਪਾਂ ਬਾਹਰ ਨਿਕਲਾਂਗੇ, ਇੱਕ ਦੂਜੇ ਨਾਲ ਬੈਠਾਂਗੇ, ਇੱਕ ਦੂਜੇ ਨੂੰ ਸਮਝਾਂਗੇ, ਸਾਰੀਆਂ ਤਕਲੀਫਾਂ ਦੂਰ ਹੋ ਜਾਣਗੀਆਂ। ਹਾਂਜੀ, ਇਟਸ ਵੈਰੀ ਇੰਪੋਰਟੈਂਟ। ਥੈਂਕ ਯੂ ਡਾਕਟਰ ਸੁਦਰਸ਼ਨ ਕਪੂਰ ਜੀ, ਤੁਹਾਡੇ ਅੱਜ ਦਾ ਆਉਣ ਦਾ ਔਰ ਸਾਡੇ ਦਰਸ਼ਕਾਂ ਨਾਲ ਅੱਛੀਆਂ ਗੱਲਾਂ ਸ਼ੇਅਰ ਕਰਨ ਦਾ। ਐਂਡ ਆਈ ਹੋਪ ਤੁਸੀਂ ਅੱਗੇ ਤੋਂ ਫੇਰ ਕਦੇ ਨਾ ਕਦੇ ਸਾਡੇ ਲਈ ਟਾਈਮ ਕੱਢੋਗੇ ਔਰ ਆ ਕੇ ਥੋੜੀ ਆਪਣੀ ਨੌਲੇਜ ਸ਼ੇਅਰ ਕਰੋ, ਹੈ ਨਾ। ਇਟਸ ਇੰਪੋਰਟੈਂਟ ਕਿ ਅਸੀਂ ਇੱਕ ਦੂਜੇ ਨਾਲ ਥੋੜਾ ਆਪਣੇ ਜਾਣਕਾਰੀ ਵਧਾਈਏ, ਸ਼ੇਅਰ ਕਰੀਏ ਤਾਂ ਕਿ ਕਿਸੇ ਨੂੰ ਫਾਇਦਾ ਹੋ ਸਕੇ। ਠੀਕ ਹੈ ਜੀ, ਜ਼ਰੂਰ। ਥੈਂਕ ਯੂ ਤੁਹਾਡਾ ਆਉਣ ਦਾ ਅੱਜ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ। ਥੈਂਕ ਯੂ। ਇੱਕ ਤਾਂ ਰਹਿ ਗਿਆ ਤੁਹਾਡੇ ਟਿਪਸ ਰਹਿ ਗਏ। ਡਨ।